ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 2 ਵਜੇ ਦੀਆਂ 5 ਵੱਡੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਇੱਕ ਵੱਡੀ ਖਬਰ ਤੋਂ ਸੁਖਬੀਰ ਬਾਦਲ ਦੇ ਨਾਲ ਜੁੜੀ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ SIT ਦੇ ਅੱਗੇ ਪੇਸ਼ ਨਹੀਂ ਹੋਏ ਔਰ ਉਹਨਾਂ ਦੀ ਜ਼ੀਰਾ ਕੋਰਟ ਦੇ ਵਿੱਚ ਪੇਸ਼ੀ ਸੀ। ਉਹਨਾਂ ਨੇ ਜ਼ੀਰਾ ਕੋਰਟ ਦੇ ਵਿੱਚ ਪੇਸ਼ੀ ਦਾ ਹਵਾਲਾ ਦੇ ਕੇ ਕਿਹਾ ਕਿ ਮੈਨੂੰ ਦੇਰ ਰਾਤ ਸੰਮਨ ਮਿਲਿਆ ਹੈ ਔਰ ਦੇਰ ਰਾਤ ਸੰਦੇਸ਼ ਮਿਲਿਆ ਹੈ, ਇਸ ਕਰਕੇ ਮੈਂ ਅੱਜ पेश नहीं हो सकता, अगे दी तरीक दे दी जाए, मैं पेश हो जावांगा। दरअसल SIT ने कोटकपूरा गोलीकांड नूं लैके पुछगिछ करन दे लई सुखबीर बादल नूं सम्मन दिता सी, पर सुखबीर बादल जिस दिन तो मीडिया दे विच खबर आई है उस दिन तो लगातार ये कहंदे आ रहे ने कि मैनू कोई सम्मन नहीं मिलिया, परसनली मैनू दस्ती तौर पर कोई सम्मन नहीं मिलिया, जदों आएगा तो मैं जरूर पेश होवांगा। ये गल कई दिन पहला सुखबीर बादल ने कही सी। उस तो बाद कल दोपहरे भी ये खबर आई, न्यूज़ 18 ने ये न्यूज़ फ्लैश की कि सुखबीर बादल नूं सम्मन नहीं मिलिया, इस करके वो कल पेश नहीं होणगे। उस तो बाद देर रात सुखबीर बादल दे कोल मैसेज पहुंचा, देर रात उन्होंने संदेश मिलिया SIT दा, तां उन्होंने कहा कि मेरी जीरा कोर्ट दे विच किसी केस च पेशी है, इस करके मैनू अगे दी कोई तरीक दे दी जाए। तां सुखबीर बादल अज नहीं पेश होए, जिसते आम आदमी पार्टी ने सुखबीर बादल ते पलटवार किया है और आम आदमी पार्टी ये कह रही है कि सुखबीर बादल जांच तो भज रहे ने। सो दस दईए कि पहला अकाली दल ने कहा सी कि सुखबीर बादल नूं सम्मन नहीं मिलिया, जिस करके वो पेश नहीं होणगे, पर हुण देर रात सम्मन मिलन की गल जरूर कही जा रही है कि देर रात संदेश मिलिया, इस करके कोई अगे की तरीक दे दी जाए। मैनू इन्होंने रात कॉन्टैक्ट किया सी, मैं इन्होंने कह दिता सी तुसीं पहले मेरे को कोई मैसेज सी तो ऐस पहले कोई नहीं सी, मैनू रात कॉन्टैक्ट किया सी, मैं उन्होंने कहा कि तुसीं रात किया, अज मेरी हाई इत्थे जीरे कोर्ट च तरीक है तो जिहड़ा हैगा इत्थे भी आउणा सी, मैं क्या अगली डेट कोई दो। ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਕਿ ਸੁਖਬੀਰ ਸਿੰਘ ਬਾਦਲ ਇਸ ਚੀਜ਼ ਤੋਂ ਭੱਜ ਰਹੇ ਹੈਗੇ। ਮੈਨੂੰ ਭੱਜਣ ਦੀ ਲੋੜ ਹੀ ਨਹੀਂ, ਜਦੋਂ ਮੈਂ ਕਿਹਾ ਅਸੀਂ ਭੱਜਣ ਦੇ ਕਿਹਾ ਨਾ, ਮੈਨੂੰ ਡਰ ਹੈ ਨਾ ਮੈਂ ਭੱਜਾਂ, ਭੱਜਣਗੇ ਤੇ ਆ ਜਿਨ੍ਹਾਂ ਨੇ ਝੂਠ ਦੀ ਕਹਾਣੀ ਬਣਾਈ ਹੈ ਸਾਰੇ। ਜੇ ਤੁਸੀਂ ਵਾਕਈ ਕਾਨੂੰਨੀ ਪ੍ਰਕਿਰਿਆ 'ਚ ਭਰੋਸਾ ਰੱਖਦੇ ਹੋ ਜਾਂ ਤੁਸੀਂ ਦੋਧੇ ਧੁੱਪੇ ਹੋ ਜਾਂ ਤੁਹਾਡਾ ਕੋਈ ਰੋਲ ਨਹੀਂ ਆ, ਚਾਹੇ ਉਹ ਬਰਗਾੜੀ ਵਾਲੀ, ਚਾਹੇ ਬਾਈਬਲ ਕਲਾਂ, ਚਾਹੇ ਕੋਟਕਪੂਰਾ ਗੋਲੀकांड ਜਦੋਂ ਹੋਮ ਮਿਨਿਸਟਰ ਸੀ ਸੁਖਬੀਰ ਸਿੰਘ ਬਾਦਲ, ਤੇ ਫਿਰ ਤੁਹਾਨੂੰ SIT ਦੇ ਸਾਹਮਣੇ ਪੇਸ਼ ਹੋਣ 'ਚ ਦਿੱਕਤ ਕੀ ਆ? ਉਹਨਾਂ ਦਾ ਪਹਿਲਾਂ ਇੱਕ ਡਰਾਮਾ ਕਰਨਾ ਜੀ ਮੈਨੂੰ ਸਮਝ ਨਹੀਂ ਆਇਆ ਜੀ, ਸਮਝ ਨਹੀਂ ਆਇਆ, ਤੇ ਬਾਅਦ 'ਚ ਇਹ ਕਹਿ ਦੇਣਾ ਜੀ ਮੇਰੀ ਅਲੱਗ ਕਿਸੇ ਹੋਰ ਤਰੀਕ ਸੀ। ਇਹ ਦਰਸਾਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਪੇਸ਼ ਹੋਣਾ ਨਹੀਂ ਚਾਹੁੰਦੇ, ਜਾਂ ਦਾਲ 'ਚ ਕੁਛ ਕਾਲਾ ਹੈ, ਜਾਂ ਮਨ 'ਚ ਕੋਈ ਚੋਰ ਹੈ, ਜਾਂ ਜਿਹੜਾ ਹੈ ਕਿਤੇ ਨਾ ਕਿਤੇ ਕਾਨੂੰਨ ਤੋਂ ਜਿਹੜਾ ਬਚਣਾ ਚਾਹੁੰਦੇ ਆ, ਲੇਕਿਨ ਇਹ ਬਚਿਆ ਨਹੀਂ ਜਾਂਦਾ। ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਜ਼ੀਰਾ ਕੋਰਟ ਦੇ ਵਿੱਚ ਮੇਰੀ ਪੇਸ਼ੀ ਹੈ, ਦੇਰ ਰਾਤ ਮੈਸੇਜ ਮਿਲਿਆ, ਇਸ ਕਰਕੇ ਕੋਈ ਹੋਰ ਤਰੀਕ ਦੇ ਦਿੱਤੀ ਜਾਵੇ, ਮੈਂ ਪੇਸ਼ ਹੋ ਜਾਵਾਂਗਾ। ਆਮ ਆਦਮੀ ਪਾਰਟੀ ਪਲਟਵਾਰ ਕਰ ਰਹੀ ਹੈ, ਕਹਿ ਰਹੀ ਹੈ ਕਿ ਅਕਾਲੀ ਦਲ ਬਹਾਨੇ ਮਾਰ ਰਿਹਾ ਜਾਂ ਸੁਖਬੀਰ ਬਾਦਲ ਬਹਾਨਾ ਮਾਰ ਰਹੇ ਨੇ। ਸਾਡੇ ਨਾਲ ਚਰਨਜੀਤ ਬਰਾੜ ਜੁੜੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਬਰਾੜ ਸਾਹਿਬ, ਕਿਸ ਤਰੀਕੇ ਨਾਲ ਦੇਖ ਰਹੇ ਹੋ? ਬਲਵਿੰਦਰ ਕੰਗ ਹੋਰਾਂ ਨੂੰ ਸੁਣੀ ਲਿਆ ਹੋਣਾ, ਕਹਿੰਦੇ ਜਾਂਚ ਤੋਂ ਭੱਜ ਰਹੇ ਨੇ ਔਰ ਬਹਾਨੇ ਮਾਰੇ ਜਾ ਰਹੇ ਨੇ ਸੁਖਬੀਰ ਬਾਦਲ ਹੋਰਾਂ ਵੱਲੋਂ। ਵਿਜੇਪਾਲ ਜੀ, ਮੈਂ ਇੱਕ ਬੇਨਤੀ ਕਰਾਂ ਜੀ ਕਿ ਕੁਝ ਦਿਨ ਪਹਿਲਾਂ ਇਹਨਾਂ ਦਾ ਮੰਤਰੀ ਕਹਿ ਰਿਹਾ ਸੀ ਫੜ ਕੇ ਅੰਦਰ ਦੇਵਾਂਗੇ, ਕੰਗ ਸਾਹਿਬ ਉੱਠਦੇ ਆ, ਬਰਗਾੜੀ ਹੋਵੇ, ਬਾਈਬਲ ਹੋਵੇ, ਕੋਟਕਪੂਰਾ ਹੋਵੇ, ਪਹਿਲੀ ਗੱਲ ਤਾਂ ਸੰਮਣ ਤਾਂ ਕੋਟਕਪੂਰਾ ਚੌਂਕ ਦੇ ਇੱਕ ਜਿਹੜੀ ਘਟਨਾ ਹੋਈ ਆ ਉਹਦੇ ਹੈ, ਇਹ ਬਰਗਾੜੀ ਵਿੱਚ ਕਿੱਥੋਂ ਆ ਗਿਆ? ਬਰਗਾੜੀ ਤਾਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਖੁਦ ਨੇ ਚਲਾਨ ਪੂਰਾ ਕਰਕੇ ਕੋਰਟ 'ਚ ਪੇਸ਼ ਕਰਵਾਤਾ, ਤੇ ਹੁਣ ਬਰਗਾੜੀ ਕਿੱਥੋਂ ਆ ਗਿਆ? ਅਸਲੀਅਤ ਦੇ ਵਿੱਚ ਇਹ ਮੀਡੀਆ ਟ੍ਰਾਇਲ ਕਰਨਾ ਚਾਹੁੰਦੇ ਆ, ਬਦਨਾਮ ਕਰਨਾ ਚਾਹੁੰਦੇ ਆ, ਝੂਠ ਬੋਲ ਰਹੇ ਆ ਨੰਗਾ ਚਿੱਟਾ। ਇਹ ਕੰਗ ਸਾਹਿਬ ਕਿਉਂ ਜਾਣਕਾਰੀ ਦਿੰਦੇ ਆ? ਸਿੱਟ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਦਿੰਦਾ ਵੀ ਸੰਮਣ ਮਿਲੇ ਕਿ ਨਹੀਂ ਮਿਲੇ? ਮੈਂ ਫਿਰ ਦੁਹਰਾ ਦਿੰਦਾ ਹੈ ਜੀ, ਅੱਜ ਤੱਕ ਵੀ ਕੋਈ ਸੰਮਣ ਨਹੀਂ ਮਿਲਿਆ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਖੁਦ ਰਾਤ ਪਹਿਲ ਕਦਮੀ ਕੀਤੀ, ਉਹਨਾਂ ਨੂੰ ਲਿਖ ਕੇ ਭੇਜਿਆ ਬਕਾਇਦਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਸੰਮਣ ਘੁੰਮ ਰਿਹਾ ਕੀ ਉਹ ਸੱਚ ਹੈ? ਜੇ ਉਹ ਸੱਚ ਹੈ ਤੇ 30 ਤਰੀਕ ਨੂੰ ਮੇਰੇ ਪਹਿਲਾਂ ਤੋਂ ਹੀ ਫਿਕਸ ਹੈਗੀ ਆ ਜ਼ੀਰਾ ਕੋਰਟ ਦੇ ਵਿੱਚ, ਤੇ ਮੈਨੂੰ ਕੋਈ ਹੋਰ ਤਰੀਕ ਦਿੱਤੀ ਜਾਵੇ। ਸੰਮਣ ਨਾ ਕੋਈ ਹੁਣ ਤੱਕ ਵੀ ਰਿਸੀਵ ਹੋਇਆ, ਤੇ ਇਸ ਕਰਕੇ ਉਲਟਾ ਨਹੀਂ, ਫਿਰ ਜਿਹੜਾ ਸੁਖਬੀਰ ਬਾਦਲ ਹੁਣੇ ਕਹਿ ਰਹੇ ਸੀਗੇ ਕਿ ਮੈਨੂੰ ਰਾਤ ਮੈਸੇਜ ਮਿਲਿਆ, ਉਹ ਕੀ ਮੈਸੇਜ ਹੈ? ਉਹ ਸਮਝ ਨਹੀਂ ਹੈ। ਸੋਸ਼ਲ ਮੀਡੀਆ ਵਾਲੇ ਮੈਸੇਜ ਦੀ ਗੱਲ ਕਰਦੇ ਆ ਤੁਸੀਂ। ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕਾਨੂੰਨੀ ਪ੍ਰਕਿਰਿਆ ਦਾ ਇੱਕ ਪ੍ਰੋਸੀਜਰ ਹੈ, ਜੇ ਇਹਨਾਂ ਵਾਂਗੂ ਅਸੀਂ ਵੀ ਸੋਸ਼ਲ ਮੀਡੀਆ ਤੇ ਪਾ ਦਈਏ ਜਿਹੜਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲਿਖ ਕੇ ਭੇਜਿਆ, ਤੇ ਸ਼ਾਇਦ ਕੱਲ ਨੂੰ ਕਾਨੂੰਨੀ ਪਹਿਲੂ ਨਾ ਬਦਲ ਜਾਣ,
ਅਸੀਂ ਇਸ ਕਰਕੇ ਉਹ ਗੱਲਾਂ ਸਾਡਾ ਵਕੀਲ ਸੋਚੂਗਾ ਕਿ ਜਨਤਕ ਕਰਨਾ ਹੈ ਕਿ ਨਹੀਂ ਕਰਨਾ। ਅਸੀਂ ਤਾਂ ਖੁਦ ਲਿਖ ਕੇ ਭੇਜਿਆ ਵੀ ਸੋਸ਼ਲ ਮੀਡੀਆ ਤੇ ਜਿਹੜਾ ਸੰਮਣ ਘੁੰਮ ਰਿਹਾ ਕੀ ਉਹ ਸੱਚਾ ਹੈ। ਜੇ ਉਹ ਸੱਚਾ ਹੈ ਤਾਂ 30 ਤਰੀਕ ਮੇਰੀ ਜੀਰੇ ਦੇ ਵਿੱਚ ਮਤਲਬ ਫਿਕਸ ਹੈਗੀ ਆ ਪਹਿਲਾਂ ਤੋਂ। ਠੀਕ ਹੈ। ਇਸ ਕਰਕੇ ਸਾਨੂੰ ਤਾਂ ਹਲੇ ਵੀ ਰਸੀਦ ਨਹੀਂ ਹੋਇਆ। ਇਹ ਮੈਂ ਇੱਕ ਗੱਲ ਕਰਾਂ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਉੱਠਦਾ ਹੈ ਇਹ ਸਿੱਟ ਨੂੰ ਆਮ ਆਦਮੀ ਪਾਰਟੀ ਚਲਾ ਰਹੀ ਹੈ। ਇਹ ਪਹਿਲਾਂ ਵਾਂਗੂ ਸੰਨੀ ਆਲੂਵਾਲੀਆ ਜੁੜ ਗਏ ਨੇ ਬਰਾੜ ਸਾਹਿਬ, ਜਵਾਬ ਲੈ ਲੈਣੇ ਆ। ਸੰਨੀ ਆਲੂਵਾਲੀਆ ਜੁੜ ਗਏ ਨੇ, ਤੁਸੀਂ ਬਣੇ ਰਹਿਣਾ ਬਰਾੜ ਸਾਹਿਬ। ਸੰਨੀ ਜੀ, ਬਰਾੜ ਸਾਹਿਬ ਨੂੰ ਸੁਣ ਲਿਆ ਹੋਣਾ, ਉਹ ਕਹਿੰਦੇ ਹਲੇ ਤੱਕ ਵੀ ਸੰਮਨ ਨਹੀਂ ਮਿਲਿਆ। ਅਸੀਂ ਖੁਦ ਕੰਟੈਕਟ ਕੀਤਾ ਕੰਸਰਨਡ ਅਥਾਰਟੀ ਦੇ ਨਾਲ ਕਿ ਇਹ ਜਿਹੜਾ ਸੰਮਨ ਘੁੰਮ ਰਿਹਾ ਜੇ ਸਹੀ ਹੈ ਤਾਂ ਅਸੀਂ ਕੱਲ ਸਾਡੇ ਲਈ ਆਉਣਾ ਮੁਸ਼ਕਿਲ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਬਰਾੜ ਸਾਹਿਬ ਇਹ ਗੱਲ ਹੈ ਜੀ ਕਿ ਸੁਖਬੀਰ ਬਾਦਲ ਇਸ ਜਾਂਚ ਤੋਂ ਭੱਜਦੇ ਕਿਉਂ ਪਏ ਵੀ ਕੀ ਕਾਰਨ ਹੈ ਉਹ ਇਸ ਨੂੰ ਨਹੀਂ। ਤੁਸੀਂ ਇੱਕ ਸੈਕਿੰਡ ਸਨੀ ਜੀ, ਤੁਸੀਂ ਟੈਕਨੀਕਲ ਦੇਖੋ, ਮੈਂ ਵੀ ਇੰਨੇ ਕਿਤੇ ਆਪਾਂ ਪੜ੍ਹੇ ਲਿਖੇ ਸਿਆਣੇ ਆ। ਮੇਰੀ ਗੱਲ ਸੁਣੋ, ਜੇ ਕਿਸੇ ਨੂੰ ਸੰਮਨ ਕਰਕੇ ਬੁਲਾਉਣਾ ਤਾਂ ਉਹਦੇ ਤੱਕ ਸੰਮਨ ਪਹੁੰਚਾਉਣਾ ਹੁੰਦਾ ਕਿ ਨਹੀਂ ਹੁੰਦਾ, ਇਹਦਾ ਜਵਾਬ ਦੇ ਦਿਓ। ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਆਏ ਸੁਖਬੀਰ ਬਾਦਲ ਜੀ ਇਸ ਤੋਂ ਭੱਜਦੇ ਕਿਉਂ ਪਏ ਨੇ। ਇਹ ਗੱਲ ਇਸ ਲਈ ਕਹਿ ਰਿਹਾ ਮੈਂ, ਨਹੀਂ ਭੱਜੇ ਸੰਮਨ ਨਾ ਬੋਲੋ। ਤੇ ਆਮ ਆਦਮੀ ਪਾਰਟੀ ਨਹੀਂ, ਤੁਸੀਂ ਇੱਕ ਸੈਕਿੰਡ ਬਰਾੜ ਸਾਹਿਬ ਇੱਕ ਸੈਕਿੰਡ। ਆਲੂਵਾਲੀਆ ਜੀ, ਸੰਮਨ ਦੇਣਾ ਜ਼ਰੂਰੀ ਹੁੰਦਾ ਕਿ ਨਹੀਂ ਹੁੰਦਾ? ਸਿਰਫ ਹਾਂ ਜਾਂ ਨਾ ਚ ਜਵਾਬ ਦੇ ਦਿਓ। ਮੈਂ ਤੁਹਾਨੂੰ ਇਹੀ ਤਾਂ ਗੱਲ ਦੱਸ ਰਿਹਾ ਜੀ। ਨਹੀਂ, ਤੁਸੀਂ ਕਹਾਣੀ ਬਣਾ ਰਹੇ, ਤੁਸੀਂ ਮੈਨੂੰ ਜਿਹੜਾ ਹੈਗਾ ਉਸ ਤੋਂ ਇੱਕ ਸਭ ਤੋਂ ਜ਼ਰੂਰੀ ਗੱਲ ਇਹ ਹੈਗੀ ਹੈ, ਉਹ ਕਹਿੰਦੇ ਸੰਮਨ ਸਾਨੂੰ ਮਿਲਿਆ ਹੀ ਨਹੀਂ। ਉਹਨਾਂ ਨੇ ਗੱਲ ਹੀ ਖਤਮ ਕਰਤੀ ਤੇ ਇੰਨੇ ਦਿਨਾਂ ਤੋਂ ਇਹ ਕੰਮ ਚੱਲਦਾ ਪਿਆ ਹੈ। ਪਹਿਲਾਂ ਉਹ ਕਹਿੰਦੇ ਸੀ ਜਾਵਾਂਗੇ, ਫਿਰ ਕਹਿੰਦੇ ਨਹੀਂ ਜਾਣਾ। ਇਸ ਦੇ ਉੱਤੇ ਤਾਂ ਸਾਰੇ ਡਿਸਕਸ਼ਨ ਵੀ ਕਰ ਚੁੱਕੇ ਸੀ ਨਹੀਂ, ਜਿੰਨੇ ਇਹ ਔਨ ਰਿਕਾਰਡ ਨੇ ਚੀਜ਼ਾਂ। ਦੇਖੋ ਆਲੂਵਾਲੀਆ ਜੀ, ਦੇਖੋ ਮੈਂ ਤਾਂ ਨਾ ਕਿਸੇ ਦੀ ਫੇਵਰ ਕਰਦਾ, ਨਾ ਕਿਸੇ ਦਾ ਨਾਲ ਕੋਈ ਲਾਗ ਡਾਟ ਹੈ। ਆਪਾਂ ਤੇ ਸਿੰਪਲੀ ਇੱਕ ਜਿਹੜੀ ਔਨ ਰਿਕਾਰਡ ਚੀਜ਼ ਨੇ ਜਿਹੜੀਆਂ ਸਾਹਮਣੇ ਨੇ, ਮੈਂ ਸਿਰਫ ਉਹ ਚੀਜ਼ਾਂ ਕਹਿ ਰਿਹਾ। ਜਿਸ ਦਿਨ ਇਹ ਮੀਡੀਆ ਦੇ ਵਿੱਚ ਖਬਰ ਆਈ, ਸਾਡੇ ਕੋਲ ਤੇ ਸੰਮਨ ਆ ਗਿਆ ਸੀ, ਅਸੀਂ ਤਾਂ ਦਿਖਾ ਵੀ ਰਹੇ ਹਾਂ ਲਗਾਤਾਰ। ਉਸੇ ਦਿਨ ਸੁਖਬੀਰ ਬਾਦਲ ਦੀ ਇੱਕ ਪ੍ਰੈਸ ਕਾਨਫਰੰਸ ਸੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਹੋਰਾਂ ਨੂੰ ਸਵਾਲ ਪੁੱਛਿਆ। ਉਹਨਾਂ ਨੇ ਕਿਹਾ ਕਿ ਮੈਨੂੰ ਹਲੇ ਤੱਕ ਕੋਈ ਸੰਮਨ ਨਹੀਂ ਮਿਲਿਆ। ਇਹ ਸ਼ਾਇਦ 25 ਜਾਂ 26 ਤਰੀਕ ਦੀ ਗੱਲ ਹੈ। ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਸੰਮਨ ਨਹੀਂ ਮਿਲਿਆ, ਜਦੋਂ ਮਿਲੂਗਾ ਮੈਂ ਜ਼ਰੂਰ ਜਾਊਂਗਾ। ਉਸ ਤੋਂ ਬਾਅਦ ਕੱਲ ਉਹਨਾਂ ਦਾ ਫਿਰ ਬਿਆਨ ਆਉਂਦਾ ਵੀ ਮੈਨੂੰ ਹਲੇ ਤੱਕ ਕੋਈ ਸੰਮਨ ਨਹੀਂ ਮਿਲਿਆ। ਜੇ ਆਪਣੇ ਤੁਹਾਡੇ ਮੇਰੇ ਤੇ ਕੋਈ ਕੇਸ ਪੈ ਜੇ, ਜੇ ਆਪਾਂ ਨੂੰ ਕਿਤੇ ਕੋਈ ਸੱਦ ਰਿਹਾ ਬੰਦਾ, ਤਾਂ ਆਪਾਂ ਇਹ ਐਕਸਪੈਕਟ ਕਰਾਂਗੇ ਕਿ ਨਹੀਂ ਕਿ ਮੇਰੇ ਕੋਲੇ ਸੰਮਨ ਆਊਗਾ ਤਾਂ ਮੈਂ ਜ਼ਰੂਰ ਜਾਊਂਗਾ ਜੀ। ਦੇਖੋ, ਪਤਾ ਕੀ ਹੁੰਦਾ ਹੈ, ਮੈਂ ਟੈਕਨੀਕਲ ਗੱਲ ਕਰ ਰਿਹਾ। ਮੈਂ ਵੀ ਟੈਕਨੀਕਲ ਗੱਲ ਹੀ ਕਰ ਰਿਹਾ ਤੁਹਾਡੇ ਨਾਲ। ਸੰਮਨ ਉਹ ਬੰਦਾ ਰਿਸੀਵ ਨਹੀਂ ਕਰਦਾ ਜਿਹਨੂੰ ਕਿਸੇ ਚੀਜ਼ ਦਾ ਡਰ ਹੋਵੇ। ਸੰਮਨ ਉਹ ਬੰਦਾ ਇਹਨੂੰ ਨਹੀਂ ਮਿਲਦਾ ਕਦੀ ਵੀ ਜਿਹੜਾ ਚੀਜ਼ ਤੋਂ ਭੱਜਦਾ ਹੋਏ। ਇਹਨਾਂ ਨੂੰ ਭੇਜੇ ਗਏ ਸੀ, ਕੋਈ ਐਸੀ ਜਾਣਕਾਰੀ ਹੈ ਵੀ ਭੇਜੇ ਗਏ ਸੀ ਤੇ ਰਿਸੀਵ ਨਹੀਂ ਕੀਤੇ ਭੇਜੇ ਗਏ ਤਦੀ ਤਾਂ ਰੋਲਾ ਪਿਆ ਇਹਨਾਂ ਨੂੰ ਪ੍ਰੋਬਲਮ ਕੀ ਹੋਈ ਹੈ। ਇਹਨਾਂ ਨੂੰ ਸੰਮਨ ਭੇਜੇ ਗਏ ਹੈ। ਸੰਮਨ ਭੇਜਣ ਕਰਕੇ ਹੀ ਸਾਰੀ ਟੈਕਨੀਕਲੀ ਇਹ ਕਹਿੰਦੇ ਟੈਕਨੀਕਲੀ ਸਾਨੂੰ ਮਿਲਿਆ ਹੀ ਨਹੀਂ ਸੰਮਨ। ਮੈਂ ਦੱਸਣਾ ਚਾਹੁੰਦਾ ਬਰਾੜ ਸਾਹਿਬ ਜਵਾਬ ਦੇ ਪੁੱਛ ਲੈਣੇ, ਆਪਾਂ ਜੁੜੇ ਹੋਏ ਆ ਨਾਲ ਹੀ। ਬਰਾੜ ਸਾਹਿਬ ਦੱਸ ਦਿਓ, ਤੁਹਾਨੂੰ ਸੰਮਨ ਭੇਜੇ ਗਏ ਆ, ਰਿਸੀਵ ਨਹੀਂ ਕੀਤੇ ਤੁਹਾਡੇ ਸਟਾਫ ਨੇ ਜਾਂ ਕਿਸੇ ਨੇ ਵੀ? ਪਹਿਲੀ ਗੱਲ ਤਾਂ ਮੇਰੀ ਇਹ ਬੇਨਤੀ ਹੈ ਜੀ ਬਰਾੜ ਸਾਹਿਬ, ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਵੀ ਪਹਿਲਾਂ ਵਾਲੀ ਸਿੱਟ 'ਚ ਵੀ ਐਸੇ ਤਰ੍ਹਾਂ ਲੀਡਰ ਦਖਲਅੰਦਾਜ਼ੀ ਕਰਦੇ ਸੀ ਤੇ ਮਾਨਯੋਗ ਹਾਈ ਕੋਰਟ ਨੇ ਧੱਜੀਆਂ ਉਡਾਤੀਆਂ ਸੀ ਉਸ ਜਾਂਚ ਦੀਆਂ। ਅੱਜ ਆਮ ਆਦਮੀ ਪਾਰਟੀ ਫਿਰ ਉਹੀ ਗਲਤੀ ਦੁਹਰਾ ਰਹੀ ਹੈ। ਮੇਰਾ ਸਵਾਲ ਬਰਾੜ ਸਾਹਿਬ, ਮੈਂ ਇੱਕ ਸੈਕਿੰਡ ਬਰਾੜ ਸਾਹਿਬ ਪਲੀਜ਼, ਮੈਂ ਟੈਕਨੀਕਲ ਗੱਲ ਉਹਨਾਂ ਤੋਂ ਪੁੱਛੀ ਸੀ, ਟੈਕਨੀਕਲ ਗੱਲ ਤੁਹਾਡੇ ਤੋਂ ਪੁੱਛ ਰਿਹਾ। ਦੋ ਚੀਜ਼ਾਂ ਨੇ, ਇੱਕ ਗੱਲ ਹੈਗੀ ਹੈ ਕਹਿਣੀ ਕਿ ਮੈਨੂੰ ਸੰਮਨ ਮਿਲੇ ਨਹੀਂ, ਇੱਕ ਗੱਲ ਹੈਗੀ ਹੈ ਕਿ ਸੰਮਨ ਆਏ ਸੀ ਮੈਂ ਅਵੇਲੇਬਲ ਨਹੀਂ ਸੀ, ਰਿਸੀਵ ਨਹੀਂ ਕੀਤੇ। ਕੀ ਦੋਨੇ ਚੀਜ਼ਾਂ ਚੋਂ ਕੋਈ ਇੱਕ ਹੈ? ਮੈਂ ਅਜੇਪਾਲ ਜੀ ਗੱਲ ਤੇ ਹੋਣਾ, ਮੇਰੀ ਗੱਲ ਤਾਂ ਪੂਰੀ ਹੋ ਲੱਗੇ ਨਾ, ਜਿੱਦਾਂ ਇਹ ਵਾਰ-ਵਾਰ ਮੀਡੀਆ 'ਚ ਝੂਠ ਫੈਲਾ ਰਹੇ ਆ। ਮੈਂ ਪਹਿਲੀ ਗੱਲ ਤਾਂ ਮਾਨਯੋਗ ਹਾਈ ਕੋਰਟ ਦੀ ਹੋਈ ਸਿੱਟ ਹੈ, ਇਹ ਆਮ ਆਦਮੀ ਪਾਰਟੀ ਜਿਹੜੀ ਇਹਨੂੰ ਡਾਇਰੈਕਟ ਨਾ ਕਰੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ, ਇਹਨੂੰ ਇੱਕ ਜਾਂਚ ਨੂੰ ਸਿਰੇ ਲੱਗ ਜਾਣ ਦੇਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਪਹਿਲੀ ਗੱਲ, ਪਹਿਲਾਂ ਵੀ ਸਿੱਟ ਨੇ ਬੁਲਾਇਆ, ਅਸੀਂ ਆਪ ਹਾਜ਼ਰ ਹੁੰਦੇ ਰਹੇ। ਹੁਣ ਵੀ ਜੇ ਇਹਨਾਂ ਦੇ ਕਿਸੇ ਨੁਮਾਇੰਦੇ ਨੂੰ ਸਿੱਟ ਦੇ ਨੂੰ ਕਿਸੇ ਨੇ ਨਾ ਕੀਤੀ ਹੋਵੇ ਜਾਂ ਕੋਈ ਆਨਾਕਾਨੀ ਕੀਤੀ ਹੋਵੇ ਤੇ ਉਹ ਬਾਹਰ 'ਚ ਲਮਕਾ ਸਕਦਾ ਹੈ। ਬਾਹਰ 'ਚ ਲਮਕਾ ਕੇ ਫੋਟੋ ਖਿੱਚਣੀ ਤਾਂ ਕੋਈ ਵੱਡਾ ਕੰਮ ਨਹੀਂ। ਜੇ ਅਸੀਂ ਆਨਾਕਾਨੀ ਕਰਦੇ ਹੋਈਏ, ਅਸੀਂ ਕੱਲ ਸ਼ਾਮ ਤੱਕ ਵੀ ਉਡੀਕ ਕੇ ਉਲਟਾ ਖੁਦ ਲਿਖੇ ਕਿ ਕੱਲ ਨੂੰ ਇਹ ਬਣਾਉਣਗੇ ਵੀ ਆਹ ਹੋਇਆ ਸੀ, ਉਹ ਹੋਇਆ ਸੀ। ਅਸੀਂ ਖੁਦ ਲਿਖਿਆ ਵੀ ਅਸੀਂ ਸੋਸ਼ਲ ਮੀਡੀਆ ਤੇ ਖਬਰਾਂ 'ਚ ਇਹ ਸੁਣਦੇ ਰਹੇ ਹਾਂ। ਮੈਨੂੰ ਸੰਮਨ ਨਹੀਂ ਮਿਲਿਆ ਵੀ ਜਿਹੜਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ, ਜੇ ਸੰਮਨ ਸਹੀ ਹੈ
ਤਾਂ ਕੱਲ ਮੇਰੀ ਕੋਰਟ ਦੇ ਵਿੱਚ ਪੇਸ਼ੀ ਹੈ, ਤੁਸੀਂ ਕੋਈ ਤਰੀਕ ਹੋਰ ਦਿਓ ਮੈਨੂੰ ਜਿਹੜੀ ਕੋਈ ਬਣੇ ਤਾਂ, ਜੇ ਤੁਸੀਂ ਵਾਕਈ ਸੱਦਿਆ ਤਾਂ ਅਸੀਂ ਤਾਂ ਖੁਦ ਕੁਐਸਚਨ ਕੀਤਾ ਵੀ ਇਹ ਸਹੀ ਹੈ ਜਾਂ ਨਹੀਂ ਸਹੀ ਹੈ। ਇਸ ਕਰਕੇ ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਨੂੰ ਕਿ ਜੇ ਆਪਾਂ ਗ੍ਰਹਿ ਮੰਤਰੀ ਨੂੰ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਠਹਿਰਾਉਣਾ ਹੈ ਤੇ ਫਿਰ ਕਾਲੀ ਮਾਤਾ ਮੰਦਿਰ ਥੋੜੇ ਦਿਨ ਪਹਿਲਾਂ ਗੋਲੀ ਚੱਲੀ ਹੈ, ਉਹਦਾ 10 ਦਿਨ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤਾ ਸੀ। ਪਿਛਲੇ ਸਮੇਂ ਦੇ ਦੌਰਾਨ ਜਾਂ ਹਰ ਰੋਜ਼ ਹੁਣ ਡਾਂਗਾਂ ਵਰਦੀਆਂ ਕਿਵੇਂ ਛੋਲਿਆਂ ਵਾਂਗੂ ਕੁੱਟੇ ਜਾ ਰਹੇ ਹੈ ਮੁਲਾਜ਼ਮ ਜਿਹੜੇ ਹੈ, ਕੀ ਰੋਜ਼ ਮੁੱਖ ਮੰਤਰੀ ਸਾਹਿਬ ਆਰਡਰ ਕਰਦੇ ਆ ਗ੍ਰਹਿ ਮੰਤਰੀ ਦੇ ਤੌਰ ਤੇ? ਇਸ ਕਰਕੇ ਸਾਡੇ ਜਿਹੜੇ ਸੁਖਬੀਰ ਸਿੰਘ ਬਾਦਲ ਸਾਹਿਬ ਹੈ ਉਸ ਦਿਨਾਂ ਦੇ ਵਿੱਚ ਪੰਜਾਬ 'ਚ ਹੀ ਨਹੀਂ ਸੀਗੇ ਤੇ ਉਹਨਾਂ ਦਾ ਕਿਸੇ ਅਫਸਰ ਨਾਲ ਕੋਈ ਟੈਲੀਫੋਨ ਤੇ ਵੀ ਰਾਬਤਾ ਨਹੀਂ ਸੀਗਾ, ਤੇ ਫਿਰ ਕਿਸ ਤਰ੍ਹਾਂ ਕਹਿ ਸਕਦੇ ਆ? ਟੋਟਲ ਰਾਜਨੀਤੀ ਹੋ ਰਹੀ ਹੈ। ਜਦੋਂ ਹੀ ਸੰਮਣ ਆਣਗੇ, ਮੈਂ ਫਿਰ ਕਹਿ ਦਿੰਦਾ ਆਮ ਆਦਮੀ ਪਾਰਟੀ ਦੁਆਰਾ ਜਦੋਂ ਸੰਮਣ ਭੇਜੇ ਜਾਣਗੇ, ਕਿਉਂਕਿ ਹੁਣ ਸਿੱਟ ਦੀ ਤਾਂ ਗੱਲ ਨਹੀਂ ਰਹਿ ਗਈ, ਇਹ ਤਾਂ ਆਮ ਆਦਮੀ ਪਾਰਟੀ ਜਵਾਬ ਦੇ ਰਹੀ ਹੈ ਨਾ। ਜੇ ਤਾਂ ਕੋਈ ਸਿੱਟ ਚੋਂ ਨੁਮਾਇੰਦਾ ਕੁਐਸਚਨ ਕਰ ਰਿਹਾ ਹੋਵੇ ਤੇ ਦੱਸ ਰਿਹਾ ਹੋਵੇ ਤਾਂ ਉਹ ਗੱਲ ਜ਼ਿਆਦਾ ਅਥੈਂਟਿਸਿਟੀ ਬਣਦੀ ਹੈ। ਇਹ ਤੇ ਪੋਲਿਟਿਕਸ ਹੋ ਰਹੀ ਹੈ। ਪਰ ਫਿਰ ਵੀ ਕਹਿੰਦੇ ਕਿ ਜੇ ਆਮ ਆਦਮੀ ਪਾਰਟੀ ਜਿਹੜੇ ਵੀ ਆਪਦੇ ਅਫਸਰਾਂ ਨਾਲ ਹੀ ਸੰਮਣ ਭਜਵਾਉਗੀ, ਅਸੀਂ ਹਾਜ਼ਰ ਹੋਵਾਂਗੇ ਔਰ ਕਾਨੂੰਨੀ ਪੱਖ ਰੱਖਾਂਗੇ। ਸਨੀ ਜੀ ਜਵਾਬ ਦੇ ਦਿਓ ਹੁਣ ਤੁਸੀਂ, ਸਾਰੀ ਗੱਲ ਆ ਗਈ ਸਾਹਮਣੇ। ਦੇਖੋ ਏਦਾਂ ਹੈ, ਇੱਕ ਗੱਲ ਤਾਂ ਕਲੀਅਰ ਹੈ ਕਿ ਇਹ ਕਹਿੰਦੇ ਸਾਨੂੰ ਸੰਮਨ ਰਿਸੀਵ ਨਹੀਂ ਹੋਏ, ਪਰ ਸੰਮਨ ਬਾਕੀ ਸਾਰੀ ਜਗ੍ਹਾ ਰਿਸੀਵ ਹੋ ਗਏ, ਇਹਨਾਂ ਨੂੰ ਇਸ ਲਈ ਰਿਸੀਵ ਨਹੀਂ ਹੋਏ ਕਿਉਂਕਿ ਇਹ ਰਿਸੀਵ ਕਰਨਾ ਨਹੀਂ ਚਾਹਤੇ। ਹੁਣ ਜਦ ਵੀ ਕਿਸੇ ਬੰਦੇ ਨੇ ਗਲਤ ਕੰਮ ਕੀਤਾ ਹੈ ਉਹ ਸੰਮਨ ਤੋਂ ਕਿਉਂ ਭੱਜਦਾ ਹੈ? ਨਹੀਂ ਤੇ ਆਪਾਂ ਕਹਿੰਦੇ ਸੰਮਨ ਆਇਆ, ਅਸੀਂ ਬਿਆਨ ਦੇਣਾ ਜਾ ਕੇ ਵੀ ਦੇ ਆਈਏ ਬਿਆਨ, ਕਾਹਦੇ ਲਈ ਇਹਨੂੰ ਭੱਜਣ ਦੀ ਕੀ ਲੋੜ ਹੈ? ਵੀ ਇਹ ਕਹਿ ਦੇਣਾ ਕੋਈ ਗੱਲ ਨਹੀਂ, ਇਹ ਕਹਿੰਦੇ ਵੀ ਸਾਨੂੰ ਤਰੀਕ ਚਾਹੀਦੀ ਹੈ, ਸੰਮਨ ਨਹੀਂ ਆਏ। ਆਲੂ ਵਾਲੀਆ ਜੀ ਐ ਹੁੰਦਾ ਜਿਹੜਾ ਬੰਦਾ ਸੰਮਨ ਰਿਸੀਵ ਨਹੀਂ ਕਰਦਾ ਉਹਦੀ ਕੰਧ ਤੇ ਚਿਪਕਾਉਣ ਤੋਂ ਤਾਂ ਕੋਈ ਨਹੀਂ ਰੋਕਦਾ, ਉੱਥੇ ਕੰਧ ਤੇ ਚਿਪਕਾ ਦਿਓ। ਏਦਾਂ ਹੈ, ਦੇਖੋ ਏਦਾਂ ਹੈ, ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਅੰਦਰ ਇਨਸਾਫ ਮਿਲਦਾ ਕਿਉਂ ਨਹੀਂ? ਕਿਉਂਕਿ A ਤੇ B ਟੀਮ ਮਿਲ ਜਾਂਦੀ ਹੈ, ਜਦ ਉਹਦੀ ਸਰਕਾਰ ਆਉਂਦੀ ਉਹ ਮਿਲ ਜਾਂਦੀ, ਪਰ ਇਹਨਾਂ ਨੂੰ ਇਹ ਪਤਾ ਹੈ ਮੇਰੀ ਸੰਮਨ ਵਾਲੀ ਗੱਲ ਤੇ ਨਹੀਂ ਆ ਰਹੇ। ਗੱਲ ਇੱਕ ਸੈਕਿੰਡ, ਝੂਠ ਬੋਲ ਰਹੀ ਆ ਆਮ ਆਦਮੀ ਪਾਰਟੀ ਵਿਰੋਧੀ ਧਿਰ ਨੂੰ ਮੈਂ ਤਾਂ ਦੇਖੋ ਬੜੀ ਟੈਕਨੀਕਲ ਦੀ ਗੱਲ ਕਰਦਾ ਹਾਂ। ਸੰਮਨ ਦੇਣ ਬੰਦਾ ਤੇ ਆਜ ਬੰਦਾ ਕਰੇ ਨਹੀਂ, ਤੁਸੀਂ ਹਮਲੇ ਤੇ ਲਾ ਕੇ ਬਾਹਰ ਫੋਟੋ ਖਿੱਚ ਲਓ। ਮੈਂ ਇਹਨਾਂ ਦੇ ਟਾਈਮ 'ਚ ਨਹੀਂ ਬੋਲਦਾ, ਮੇਰੇ ਟਾਈਮ 'ਚ ਕਿਉਂ ਬੋਲਦੇ ਨੇ? ਸਭ ਤੋਂ ਪਹਿਲੀ ਗੱਲ ਹੈ, ਤੁਸੀਂ ਕਿਹਾ ਜੀ ਸੰਮਨ ਰਿਸੀਵ ਨਹੀਂ ਹੋਏ, ਅਸੀਂ ਕਿਹਾ ਕੋਈ ਗੱਲ ਨਹੀਂ ਰਿਸੀਵ ਹੋਏ, ਫਿਰ ਤੋਂ ਹੋ ਜਾਣਗੇ ਰਿਸੀਵ। ਪਹਿਲੀ ਗੱਲ ਤਾਂ ਖਤਮ ਕਰੀਏ ਆਪਾਂ, ਸਭ ਤੋਂ ਪਹਿਲੀ ਗੱਲ। ਪਰ ਸਭ ਤੋਂ ਵੱਡੀ ਗੱਲ ਹੈ, ਸੰਮਨ ਕਿਹੜਾ ਬੰਦਾ ਰਿਸੀਵ ਨਹੀਂ ਕਰਦਾ? ਜਿਹਨੇ ਕੋਈ ਗਲਤ ਕੰਮ ਕੀਤਾ ਹੁੰਦਾ ਉਹ ਰਿਸੀਵ ਨਹੀਂ ਕਰਦਾ, ਕਿ ਜਿਹਨੇ ਠੀਕ ਕੰਮ ਕੀਤਾ ਹੁੰਦਾ ਉਹ ਰਿਸੀਵ ਨਹੀਂ ਕਰਦਾ? ਬੜਾ ਵੱਡਾ ਕੁਐਸਚਨ ਹੈ। ਪਰ ਚਲੋ ਆਪਾਂ ਕਹਿੰਦੇ ਕੋਈ ਗੱਲ ਨਹੀਂ, ਉਹ ਵੀ ਟਾਈਮ ਆਉਣ ਦਿਓ। ਪਰ ਇੰਨੇ ਸਾਲ ਹੋ ਗਏ ਇਸ ਮਾਮਲੇ ਨੂੰ, ਆਪਾਂ ਕਿਉਂ ਇਸ ਮਾਮਲੇ ਤੋਂ ਦੂਰ ਭੱਜਣਾ ਚਾਹੁੰਦੇ ਆ? ਕਿੰਨਾ ਹੋਰ ਟਾਈਮ ਸੁਖਬੀਰ ਬਾਦਲ ਜੀ ਨੂੰ ਚਾਹੀਦਾ ਵੀ ਸੰਮਨ ਉਹਨਾਂ ਨੂੰ ਕਿੰਨੇ ਹੋਰ ਸਾਲ ਇਹਨਾਂ ਨੇ ਕੱਢਣੇ ਨੇ ਕਿ ਰਿਸੀਵ ਨਾ ਕਰਨ? ਪਰ ਕੋਈ ਗੱਲ ਨਹੀਂ, ਆਪਾਂ ਬਿਲਕੁਲ ਕੋਈ ਗੱਲ, ਆਪਾਂ ਵੇਟ ਕਰਦੇ। ਮੇਰਾ ਇੱਕ ਸਵਾਲ ਹੈ ਵਿਜੇਪਾਲ ਜੀ, ਮੇਰਾ ਇੱਕ ਸਵਾਲ ਹੈ ਇਹਨਾਂ ਨੂੰ ਕਿ ਜੇ ਤੁਸੀਂ ਸਿਕਿਉਰਿਟੀ ਘਟਾਈ ਤੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਦੇਤਾ, ਇਹ ਸੰਮਣ ਪਹਿਲਾਂ ਰਿਸੀਵ ਹੋਣਾ ਚਾਹੀਦਾ ਸੀ ਤੇ ਬਾਅਦ 'ਚ ਮੀਡੀਆ 'ਚ ਆਉਣਾ ਚਾਹੀਦਾ। ਤਾਂ ਤੁਸੀਂ ਇਹ ਚੱਲਦੀ ਸੋਸ਼ਲ ਮੀਡੀਆ ਤੇ ਸਾਰਾ, ਇਸ ਕਰਕੇ ਕੋਈ ਗੱਲ ਨਹੀਂ। ਤੁਸੀਂ ਇਹ ਆਲੂ ਵਾਲੀ ਸਾਹਿਬ, ਤੁਸੀਂ ਜਿੰਨਾ ਦਖਲ ਜਾਓਗੇ ਉਨਾ ਹੀ ਹਾਈ ਕੋਰਟ ਦੇ ਵਿੱਚ ਇਹ ਚੀਜ਼ਾਂ ਕਮਜ਼ੋਰ ਪੈਣਗੀਆਂ। ਕਿਰਪਾ ਕਰਕੇ ਸਿੱਖ ਨੂੰ ਆਪਦਾ ਆਜ਼ਾਦ ਨਾ ਤੌਰ ਤੇ ਕੰਮ ਇੱਕ ਸੈਕਿੰਡ ਸਨੀ ਜੀ, ਹੁਣ ਤੁਹਾਡੇ ਕੋਲੇ ਆਪਸ਼ਨ ਹੈ, ਜੇ ਸੁਖਬੀਰ ਬਾਦਲ ਸੰਮਨ ਰਿਸੀਵ ਨਹੀਂ ਕਰਨਗੇ ਤੁਸੀਂ ਉਹਨਾਂ ਦੀ ਕੰਧ ਤੇ ਚਿਪਕਾ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜ ਦਿਓ, ਅਸੀਂ ਉਸੇ ਵੇਲੇ ਟੀਵੀ ਤੇ ਚਲਾ ਦਾਂਗੇ ਵੀ ਇਹਨਾਂ ਨੇ ਰਿਸੀਵ ਨਹੀਂ ਕੀਤੇ, ਆ ਕੰਧ ਤੇ ਲੱਗੇ ਹੋਏ ਆ। ਇੰਨਾ ਤੇ ਕਰਨਾ ਸੌਖਾ ਹੈ ਨਾ। ਜਿਹੜਾ ਗਵਰਨੈਂਸ ਮਾਡਲ ਹੁੰਦਾ ਨਾ, ਗਵਰਨੈਂਸ ਜੋ ਕਰਦੀ ਹੈ ਉਹ ਤਾਂ ਆਪੇ ਆ ਜਾਣਾ ਤੁਹਾਡੇ ਅੱਗੇ। ਮੈਂ ਉਹਨਾਂ ਨਿਊਜ਼ 18 ਤਾਂ ਇੰਨਾ ਤੇਜ਼ ਚੈਨਲ ਹੈਗਾ, ਸਾਡੇ ਤੋਂ ਪਹਿਲਾਂ ਤਾਂ ਤੁਸੀਂ ਬੈਠੇ ਹੋਗੇ ਸੁਖਬੀਰ ਬਾਦਲ ਜੀ ਦੇ ਘਰ। ਨਹੀਂ ਚਲੋ ਸਾਡੇ ਕੋਲੇ, ਮੇਰਾ ਤੇ ਕਹਿਣ ਦਾ ਮਤਲਬ ਇਹ ਹੈ ਵੀ ਟੈਕਨੀਕਲ ਚੀਜ਼ਾਂ ਨਾਲ ਆਪਾਂ ਰੋਜ਼ 2-4 ਹੁੰਨੇ ਆ, ਸੋ ਉਸ ਨੂੰ ਟੈਕਨੀਕਲੀ ਜਿਹੜੀਆਂ ਰਹਿਣ ਸਾਹਮਣੇ, ਜੇ ਸਾਨੂੰ ਸਾਡੇ ਤੇ ਮੈਨੂੰ ਪਰਸਨਲੀ ਬਹੁਤ ਸੰਮਣ ਆਏ ਆ ਜੀ, ਸਾਨੂੰ ਆਉਂਦੇ ਆ, ਅਸੀਂ ਐਜ਼ ਏ ਰਿਪੋਰਟਰ ਖਬਰਾਂ ਕਰਦੇ ਸੀ, ਬਹੁਤ ਲੋਕ ਸਾਡੇ ਤੇ ਕੇਸ ਕਰ ਦਿੰਦੇ ਆ ਜਾਂ ਇਤਰਾਜ਼ ਜਤਾ ਦਿੰਦੇ ਆ, ਤਾਂ ਸਾਡੇ ਆਫਿਸ ਸੰਮਣ ਆਉਂਦੇ ਆ, ਅਸੀਂ ਰਿਸੀਵ ਕਰਦੇ, ਸਾਡੇ ਸਿਕਿਉਰਿਟੀ ਵਾਲੇ ਰਿਸੀਵ ਕਰਦੇ ਆ, ਸਾਡੇ ਤੱਕ ਪਹੁੰਚ ਜਾਂਦੇ ਆ ਸੰਮਨ ਰਿਸੀਵ ਕਰਨ ਤੋਂ। ਸੁਖਬੀਰ ਬਾਦਲ ਸੰਮਨ ਰਿਸੀਵ ਕਰਨ ਤੋਂ ਕਿਉਂ ਭੱਜਦੇ ਪਏ? ਇਹਦੇ ਤੁਹਾਡਾ ਕੌਣ ਆਇਆ ਸੀ ਜੀ ਆਲੂ ਵਾਲੀਆ ਸਾਹਿਬ? ਤੁਸੀਂ ਆਏ ਸੀ ਰਿਸੀਵ ਕਰਾਉਣ? ਜੇ ਕਿਸੇ ਨੇ ਜਵਾਬ ਦਿੱਤਾ, ਦੂਜੇ ਪਾਸੇ ਕੌਣ ਬੰਦਾ ਆਇਆ ਸੀ ਜਿਹਨੇ ਜਵਾਬ ਦਿੱਤਾ? ਭੱਜਦੇ ਪਏ ਆ, ਐਵੇਂ ਮਰੀ ਜਾਂਦੇ ਹੋ ਤੁਸੀਂ ਆਪਣੇ। ਮੈਂ ਇੱਕ ਗੱਲ ਕਹਾਂ ਕਿ ਝੂਠ ਨਾ ਬੋਲੋ, ਝੂਠ ਨਾ ਬੋਲੋ। ਮੈਂ ਤੁਹਾਨੂੰ ਹੁਣ ਵੀ ਬੇਨਤੀ ਕਰਦਾ ਵਿਜੇਪਾਲ ਜੀ, ਕਿਰਪਾ ਕਰਕੇ ਜਵਾਬ ਲੈ ਲਈਏ। ਸਿੱਟ ਤੇ ਮੇਰੀ ਬੇਨਤੀ ਹੈ, ਕਿਰਪਾ ਕਰਕੇ ਕੋਈ ਸਿੱਟ ਦਾ ਨੁਮਾਇੰਦਾ ਇਹ ਗੱਲ ਕਰੇ ਤਾਂ ਕਰੇ। ਅਸੀਂ ਪੋਲੀਟੀਕਲ ਬੰਦਿਆਂ ਨੂੰ ਅਸੀਂ ਕਹਿੰਦੇ ਆ, ਸਾਡਾ ਲਿਖ ਕੇ ਭੇਜਿਆ ਹੋਇਆ ਸਿੱਟ ਨੂੰ, ਸਿੱਟ ਤੋਂ ਨਸ਼ਰ ਕਰਾ ਲੈਣ। ਇਹਨਾਂ ਦੀ ਸਰਕਾਰ ਆ ਵੀ ਕੀ ਲਿਖ ਕੇ ਭੇਜਿਆ, ਉਹਦੇ ਵਿੱਚ ਪਤਾ ਲੱਗ ਜਾਊਗਾ ਤੁਹਾਨੂੰ ਵਰਡਿੰਗ ਕੀ ਹੈ। ਵੀ ਜਿਹੜਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ, ਵੀ ਮੈਂ ਉਹ ਜਾਣਨਾ ਚਾਹੁੰਦਾ ਸੱਚਾ ਕਿ ਝੂਠਾ ਹੈ। ਤੁਸੀਂ ਵੀ ਜਾਰੀ ਕਰਦੇ ਹੋ ਜੀ, ਉਹ ਤੁਸੀਂ ਵੀ ਕਰਦੇ ਹੋ ਸਾਹਮਣੇ। ਸਾਡਾ ਵਕੀਲ ਜਾਰੀ ਕਰੇਗਾ ਜੀ, ਅਸੀਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ
ਉਲੰਘਣਾ ਕਿਸੇ ਪਾਸੋਂ ਨਹੀਂ ਕਰਨਾ ਚਾਹੁੰਦੇ। ਇਹ ਤੇ ਕਰਦੇ ਹੀ ਕਰਦੇ ਆ, ਕਿਉਂਕਿ ਪਹਿਲਾਂ ਕਾਂਗਰਸ ਨੇ ਸਿਆਸਤ ਖੇਡੀ, ਉਹਨਾਂ ਨੂੰ ਜੋ ਹੋਇਆ, ਜੋ ਕੁੰਵਰ ਵਿਜੇ ਪ੍ਰਤਾਪ ਨਾਲ ਮੁੜ ਕੇ ਬਾਅਦ ਚ ਅਦਾਲਤ ਚ ਹੋਇਆ ਤੇ ਨੌਕਰੀ ਛੱਡ ਕੇ ਭੱਜਣਾ ਪਿਆ। ਤੇ ਅਸੀਂ ਨਹੀਂ ਚਾਹੁੰਦੇ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਆਹਲੂਵਾਲੀਆ ਸਾਹਿਬ ਆਖਰੀ ਜਵਾਬ ਦੇ ਦਿਓ, ਮੈਂ ਵਾਈਂਡ ਅਪ ਕਰਕੇ ਇਹ ਕਿਰਪਾ ਕਰਕੇ ਦਾਇਰੇ 'ਚ ਰਹਿਣ, ਕੋਰਟ ਦੇ ਦਾਇਰੇ ਦੇ ਮੁਤਾਬਕ ਚੱਲਣ। ਜਵਾਬ ਦੇ ਦਿਓ ਆਹਲੂਵਾਲੀਆ ਸਾਹਿਬ ਜੀ। ਛੋਟਾ ਜਿਹਾ ਚੀਜ਼ ਤੋਂ ਵਿਜੇ ਜੀ ਇਹ ਭਜਦੇ ਪਏ ਨੇ, ਜਿਹੜੀ ਚੀਜ਼ ਤੇ ਭਜਦੇ ਅਸੀਂ ਨਹੀਂ ਭਜਦੇ ਪਏ, ਝੂਠ ਨਾ ਬੋਲੋ। ਅਸੀਂ ਕਿਤੇ ਨਹੀਂ ਭਜਦੇ ਪਏ, ਤੁਸੀਂ ਝੂਠ ਨਾ ਬੋਲੋ। ਤੁਸੀਂ ਕੋਈ ਫਾਈਨਲ ਅਦਾਲਤ ਨਹੀਂ ਹੋ, ਤੁਸੀਂ ਕੋਈ ਫਾਈਨਲ ਅਥਾਰਟੀ ਨਹੀਂ ਹੋ, ਇਸ ਕਰਕੇ ਝੂਠ ਨਾ ਬੋਲੋ। ਲੋਕਾਂ ਜਿੰਨਾ ਮਰਜ਼ੀ ਭਜ ਲੈਣ, ਤੁਹਾਨੂੰ ਨਹੀਂ ਬਖਸ਼ਿਆ ਜਾਊਗਾ। ਚਲੋ ਤੁਸੀਂ ਹੁਣ ਛੇਤੀ ਸਮਝ ਭਿਜਵਾ ਦਿਓ। ਦੇਖੋ ਜੱਜ ਵੀ ਆਪ ਬਣ ਗਏ, ਵੇਖੋ ਜੱਜ ਆਪ ਹੀ ਬਣ ਗਏ, ਅੱਗੇ ਤੁਹਾਨੂੰ ਨਹੀਂ ਬਖਸ਼ਿਆ ਜਾਊਗਾ। ਆਹਲੂਵਾਲੀਏ ਤੋਂ ਲਾ ਕੇ ਧਾਰੀਵਾਲ ਮੰਤਰੀ ਤੇ ਕਹਿ ਰਹੇ ਕਿ ਨਹੀਂ ਬਖਸ਼ਿਆ ਜਾਊਗਾ, ਇਹ ਅਦਾਲਤ ਦੇਖੇਗੀ। ਆਹਲੂਵਾਲੀਆ ਸਾਹਿਬ ਤੁਸੀਂ ਕਿਹੜਾ ਹੁਣ ਸੰਮਨ ਤੇ ਦੁਬਾਰੇ ਭਿਜਵਾਓ। ਤਿਆਰ ਨਹੀਂ ਹੈ, ਸੁਣਨ ਨੂੰ ਤਿਆਰ ਨਹੀਂ ਹੈ। ਪੂਰੇ ਪੰਜਾਬ ਨੂੰ ਪਤਾ ਮੈਂ ਕੌਣ ਜੱਜ ਹਾਂ ਜੀ, ਪੂਰੇ ਪੰਜਾਬ ਨੂੰ ਪਤਾ। ਪੰਜਾਬ ਤੁਸੀਂ ਆਪ ਕਹਿ ਰਹੇ ਹੋ, ਖੁਦ ਕਹਿ ਰਹੇ ਹੋ, ਬਖਸ਼ਿਆ ਕਹਿ ਰਹੇ ਹੋ, ਹੁਣ ਵੀ ਕਹਿ ਰਹੇ ਹੋ। ਤੁਸੀਂ ਕੌਣ ਹੁੰਦੇ ਹੋ ਫੈਸਲਾ ਲੈਣ ਵਾਲੇ? ਨਹੀਂ ਫੈਸਲਾ ਤੇ ਪਤਾ ਕੀ ਹੈ, ਫੈਸਲਾ ਤੇ ਅਸੀਂ ਕਲੀਅਰਿਟੀ ਲੈ ਕੇ ਆਣੀ ਹੈ। ਫੈਸਲਾ ਤੇ ਸਾਰਿਆਂ ਨੂੰ ਪਤਾ ਹੈ, ਅਸਲੀਅਤ ਕੀ ਹੈ ਸਾਰਿਆਂ ਨੂੰ ਪਤਾ ਹੈ। ਤੁਸੀਂ ਕੀ ਕੀਤਾ ਹੈ ਤੁਹਾਨੂੰ ਪਤਾ ਹੈ, ਜਿਹਦੇ ਕਰਕੇ ਸਾਰਾ ਝੂਠ ਹੋਇਆ ਤੁਹਾਡੇ ਨਾਲ। ਸ਼੍ਰੋਮਣੀ ਅਕਾਲੀ ਦਲ ਕੁਝ ਨਹੀਂ ਹੋਇਆ, ਤੁਹਾਨੂੰ ਪਤਾ ਹੈ। ਤੁਹਾਨੂੰ ਝੂਠ ਬੋਲਣ ਦੀ ਆਦਤ ਹੈ ਤੇ ਲੋਕਾਂ 'ਚ ਆਪੇ ਖੁਦ ਨੰਗੇ ਹੋਗੇ। ਕੋਈ ਤੁਸੀਂ ਤਿੰਨ ਚੀਜ਼ਾਂ ਨੇ, ਤਿੰਨੋਂ ਚੀਜ਼ਾਂ ਤੁਸੀਂ ਕਰਾਈਆਂ। ਚਲੋ ਠੀਕ ਹੈ, ਧੰਨਵਾਦ ਆਹਲੂਵਾਲੀਆ ਜੀ, ਤੁਸੀਂ ਸਾਡੇ ਨਾਲ ਜੁੜੇ। ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਮਸਲਾ ਇਸ ਵੇਲੇ ਟੈਕਨੀਕਲੀ ਵੀ ਜਿਹੜਾ ਹੈ ਉਹ ਖੜਾ ਹੈ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਟੈਕਨੀਕਲੀ ਉਹਨਾਂ ਨੂੰ ਸੰਮਨ ਮਿਲੇ ਹੀ ਨਹੀਂ, ਔਰ ਉਹਨਾਂ ਨੇ ਆਪ ਚਿੱਠੀ ਲਿਖੀ ਕੰਸਰਨਡ ਅਥਾਰਟੀ ਨੂੰ, ਯਾਨੀ SIT ਨੂੰ, ਕਿ ਇਹ ਜਿਹੜਾ ਸੰਮਨ ਮੀਡੀਆ ਦੇ ਵਿੱਚ ਹੈ ਕੀ ਇਹ ਸਹੀ ਹੈ, ਤਾਂ ਮੈਂ ਕੱਲ ਦੀ ਤਰੀਕ 'ਚ ਹਾਜ਼ਰ ਨਹੀਂ ਹੋ ਸਕਦਾ। ਇਹ ਕੱਲ ਸ਼ਾਮ ਦੀ ਗੱਲ ਹੈ। ਜਿਹੜਾ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਕੱਲ ਸ਼ਾਮ ਨੂੰ ਮੈਸੇਜ ਮਿਲਿਆ, ਉਹ ਮੈਸੇਜ ਜੋ ਚਰਨਜੀਤ ਬਰਾੜ ਹੋਰਾਂ ਦੇ ਕਹਿਣ ਮੁਤਾਬਕ ਉਹ ਮੈਸੇਜ ਸੋਸ਼ਲ ਮੀਡੀਆ ਤੇ ਮਿਲੇ ਮੈਸੇਜ ਦੀ ਗੱਲਬਾਤ ਕਰ ਰਹੇ ਨੇ, ਨਾ ਕਿ SIT ਵੱਲੋਂ ਮਿਲੇ ਮੈਸੇਜ ਦੀ। ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਮੈਸੇਜ ਰਿਸੀਵ ਹੋਇਆ ਕੱਲ, ਇੱਕ ਜਿਹੜੀ ਜਿਹਦੇ ਚ ਸਮਨਿੰਗ ਕੀਤੀ ਗਈ ਹੈ, ਤਾਂ ਉਹਨਾਂ ਨੇ SIT ਨੂੰ ਆਪਣੇ ਵੱਲੋਂ ਚਿੱਠੀ ਲਿਖ ਕੇ ਪੁੱਛਿਆ ਕਿ ਜੇ ਸਹੀ ਹੈ ਤਾਂ ਮੈਂ ਸ਼ਾਮਲ ਨਹੀਂ ਹੋ ਸਕਦਾ। ਪਰ ਇਹ ਸਭ ਚੀਜ਼ ਕਿਉਂਕਿ ਸਿਆਸਤ ਹੈ ਔਰ ਸਿਆਸਤ ਪੈਰਲਲ ਚੱਲਦੀ ਰਹਿੰਦੀ ਹੈ, ਸੋ ਸਿਆਸੀ ਬਿਆਨਬਾਜ਼ੀ ਇਸ ਗੱਲ ਦੇ ਨਾਲ ਕਾਫੀ ਗਰਮਾ ਗਈ ਹੈ। ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਲਾਏ ਨੇ ਕਿ ਆਮ ਆਦਮੀ ਪਾਰਟੀ ਸਿਆਸੀ ਰੰਜਿਸ਼ ਕੱਢ ਰਹੀ ਹੈ, ਤੇ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਪਲਟਵਾਰ ਕਰ ਰਹੀ ਹੈ ਕਿ ਸੁਖਬੀਰ ਬਾਦਲ ਪੇਸ਼ ਨਹੀਂ ਹੋਣਾ ਚਾਹੁੰਦੇ, ਇਸ ਕਰਕੇ ਬਹਾਨੇ ਬਣਾ ਰਹੇ ਨੇ। ਇਹ ਆਮ ਆਦਮੀ ਪਾਰਟੀ ਦਾ ਕਹਿਣਾ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। CBI ਨੇ ਮਨੀਸ਼ ਸਿਸੋਦੀਆ ਦੇ ਬੈਂਕ ਲੋਕਰ ਦੀ ਜਾਂਚ ਕੀਤੀ ਹੈ। ਗਾਜ਼ੀਆਬਾਦ ਦੇ ਵਸੁੰਧਰਾ ਦੇ ਵਿੱਚ PNB ਪੰਜਾਬ ਨੈਸ਼ਨਲ ਬੈਂਕ ਦੇ ਲੋਕਰ ਦੀ ਜਾਂਚ ਕੀਤੀ ਗਈ ਹੈ। ਮਨੀਸ਼ ਸਿਸੋਦੀਆ ਦੇ ਧਰਮ ਪਤਨੀ ਉਸ ਮੌਕੇ ਤੇ ਮੌਜੂਦ ਰਹੇ ਨੇ। CBI ਪਹੁੰਚੀ ਹੈ ਸਿਸੋਦੀਆ ਦੇ ਖਾਤਿਆਂ ਦੀ ਜਾਂ ਲੋਕਰ ਦੀ ਜਾਂਚ ਕਰਨ। ਪਤਨੀ ਦੀ ਮੌਜੂਦਗੀ ਦੇ ਵਿੱਚ, ਮਨੀਸ਼ ਸਿਸੋਦੀਆ ਦੀ ਪਤਨੀ ਦੀ ਮੌਜੂਦਗੀ ਦੇ ਵਿੱਚ ਬੈਂਕ ਦਾ ਲੋਕਰ ਖੋਲ੍ਹਿਆ ਗਿਆ। 19 ਤਰੀਕ ਨੂੰ ਰੇਡ ਦੌਰਾਨ ਜਦੋਂ ਰੇਡ ਕੀਤੀ ਸੀ ਮਨੀਸ਼ ਸਿਸੋਦੀਆ ਦੇ ਘਰ, ਉਸ ਮੌਕੇ ਤੇ ਲੋਕਰ ਦੀ ਚਾਬੀ ਜ਼ਬਤ ਕਰ ਲਈ ਸੀ CBI ਨੇ, ਔਰ CBI ਵੱਲੋਂ ਲੋਕਰ ਦੀ ਜਾਂਚ ਨੂੰ ਲੈ ਕੇ ਸਿਸੋਦੀਆ ਤੇ ਵੀ ਹਮਲਾ ਬੋਲਿਆ। ਸਿਸੋਦੀਆ ਨੇ ਹਮਲਾ ਬੋਲਿਆ। ਸਿੱਧਾ ਤੁਹਾਨੂੰ ਵਿਧਾਨ ਸਭਾ ਲੈ ਚੱਲਦੇ हैं। मनीष सिसोदिया बोल रहे हैं दिल्ली विधान सभा दे विच जारी किया, बच्चे कम हो गए, ये भ्रष्टाचार है। बोले स्कूल में बच्चे कम हो गए, बजट बढ़ रहा है। अरे बजट बढ़ा रहे हैं, हम फख्र के साथ कहते हैं। और ये विधानसभा शायद देश की पहली आजाद इतिहास में, आजादी के इतिहास में 75 साल में पहली विधानसभा है जो पिछले 7 साल से अपने बजट का 25% बजट एजुकेशन पर देती है। इस विधानसभा के और विपक्ष वाले भी कहते हैं कि जी बहुत गर्व है कि हम एजुकेशन पे इतना बजट पास करके देते हैं। कहते हैं बजट ज्यादा कर दिया, भ्रष्टाचार हो गया। फिर बोले नहीं बजट तो चलो ठीक है, ज्यादा कर दिया, बच्चे कम हो गए। मैंने कहा यार जरा डेटा दिखाना मुझको। भारत सरकार की वेबसाइट पे डेटा पड़ा हुआ है जिसमें लिखा हुआ है कि 2014 में 14-15 में यहां 14.5 लाख बच्चे होते थे दिल्ली के स्कूलों में, आज 18 लाख बच्चे हो गए। सारा डिटेल भारत सरकार की वेबसाइट पे। हवा में से कुछ लाते हैं, फिर कहते हैं प्रश्नों के जवाब दीजिए। अब झूठ के पैर हैं क्या? आपके झूठ का भी जवाब दिया हमने कि झूठ बोल रहे हो, झूठ बोल रहे हो। मैं कहना चाहता हूं कि आपने खूब रेड मचाई मेरे घर में, खूब तमाशा किया। आपकी CBI के भी सारे प्रश्नों के जवाब दिए। आप CBI से पूछ लो, आपको मेरे प्रश्नों के जवाब मेरे उससे मिले हों। मैंने बता दिया कुछ नहीं मिला, कहीं कुछ नहीं है और सब बकवास है, सब झूठ है। फिर भी रोज खड़े होकर कहते हैं जवाब दो, जवाब दो, जवाब दो, जवाब दो। हमने तो आपके एक एक सवाल का जवाब दिया।
अब आप हमें जवाब दो। ये सदन कल से पूछ रहा है बार बार, इस सदन में बार बार उठ रहा है, देश में पूरा सवाल उठ रहा है। मैं प्रश्न पूछता हूं और जेपी नड्डा जी और भारतीय जनता पार्टी के नेताओं जवाब दो कि प्रधानमंत्री जी ने दूध और दही पे भी जीएसटी लगा के इतना पैसा सरकार में कमवाया, आम जनता से इतना पैसा लिया प्रधानमंत्री जी ने, दूध और दही जैसी चीजों पे भी, बिस्किट पे जीएसटी लगा के, आम आदमी के चाय बिस्किट पे भी जीएसटी लगा के जितना पैसा कमाया, उसको अपने दोस्तों के कर्ज माफी करने में क्यों लगाया, इसका जवाब दो। ये देश इस हालत में क्यों पहुंच गया कि दूध दही और चाय और बिस्किट पे भी जीएसटी लगेगा और उस जीएसटी से इकट्ठा पैसा प्रधानमंत्री जी के दोस्तों के कर्जे माफी में इस्तेमाल होगा। ये क्यों हुआ, इसकी सीबीआई जांच कराओ। इसका जवाब दो कि लोगों के दूध दही चाय बिस्किट पे टैक्स लगा लगा के इकट्ठा किया गया जीएसटी का पैसा प्रधानमंत्री जी ने अपने दोस्तों के कर्ज माफी पे क्यों खर्च किया, इसका जवाब दो। आज इसका जवाब दो। हमने तो आपके सवालों के जवाब बहुत दिए हैं। ऑपरेशन लोटस आप लोगों ने किया। ऑपरेशन लोटस में पूरे देश में एमएलएज खरीदे, हमारे यहां भी खरीदने की कोशिश नहीं की लेकिन बिके नहीं, लेकिन रेट पता चल गए। इसी रेट के हिसाब से भी अगर देखें तो 6300 करोड़ रुपए इन्होंने एमएलएज खरीदने पे खर्च किए हैं। ये 6300 रुपए कहां से आया जेपी नड्डा जी और प्रधानमंत्री जी, इस बात का जवाब दो। सीबीआई की जांच करो, ईडी की जांच करो कि एमएलए खरीदने के लिए और खरीदे गए एमएलएज को बड़े बड़े 5 स्टार होटलों में रुकवाने का पैसा कहां से आया, इस बात का जवाब दो। ये 63,000 करोड़ रुपए कहां से आया, 6300 करोड़ रुपए कहां से आया। ये पेट्रोल और डीजल के दाम बढ़ा बढ़ा के जो जनता की लूट चल रही है और उससे एमएलए की खरीद हो रही है ना, अब जनता इस पे जवाब मांग रही है। इसका जवाब दो कि पेट्रोल और डीजल के दाम बढ़ा बढ़ा के जनता को लूट रहे हैं। एक आदमी स्कूटर भी चला रहा है, छोटी सी स्कूटी भी चला रहा है, तो वहां भी पेट्रोल और डीजल महंगे हो जाते हैं और फिर एमएलए खरीद रहे हैं। इसका जवाब दो, ये कहां से आया। और आखिर मनीष सिसोदिया बोल रहे सी लाइव ਦਿੱਲੀ ਵਿਧਾਨ ਸਭਾ ਦੇ ਵਿੱਚ ਔਰ ਸਿੱਧਾ ਸਿੱਧਾ ਉਹਨਾਂ ਨੇ ਕਿਹਾ ਕਿ ਸੀਬੀਆਈ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਮਨੀਸ਼ ਸਿਸੋਦੀਆ ਤੇ ਦਬਾਅ ਬਣਾਇਆ ਜਾਵੇ ਔਰ ਕਿਸੇ ਵੀ ਬਹਾਨੇ ਨਾਲ ਉਹਨਾਂ ਨੂੰ 2-3 ਮਹੀਨਿਆਂ ਲਈ ਜੇਲ੍ਹ 'ਚ ਸਿੱਟਿਆ ਜਾਵੇ। ਇਹ ਗੱਲ ਸਿੱਧਾ ਸਿੱਧਾ ਮਨੀਸ਼ ਸਿਸੋਦੀਆ ਵੱਲੋਂ ਕਹੀ ਗਈ ਹੈ ਔਰ ਕੇਂਦਰ ਸਰਕਾਰ ਤੇ ਸਿੱਧੇ ਹਮਲੇ ਬੋਲੇ ਗਏ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ईडी ने विजिलेंस तो रिकॉर्ड मंगया है। इस सोर्सेस तो खबरां ने कि ईडी ने विजिलेंस तो रिकॉर्ड मंगया है भारत भूषण आशू दे मामले दे विच। सो ईडी अगर इसकी जांच दे विच इन्वॉल्व हुंदी है तो भारत भूषण आशू दियां मुश्किलां लाजमी तौर ते वधन गियां। ट्रांसपोर्टेशन टेंडर घोटाले दियां फाइलां मंगियां गईयां ने ईडी वल्लों और ईडी मनी लॉन्ड्रिंग दा केस भी दर्ज कर सकती है। ये सोर्सेस तो खबर आ रही ने। कथित टेंडर घोटाले दे विच आशू गिरफ्तार ने, रिमांड ते चल रहे ने। 22 अगस्त को गिरफ्तार किया गया सी ते हुण विजिलेंस तो ईडी ने इसका रिकॉर्ड मंग लिया है और ईडी इस ते मामला दर्ज कर सकती है। ये सोर्सेस तो खबर ने, फाइलां मंगियां ने ईडी ने ट्रांसपोर्टेशन घोटाले दियां। ਤੇ ਗੱਲ ਕਰਦੇ ਆ ਸੋਨਾਲੀ ਫੋਗਾਟ ਮਰਡਰ ਮਾਮਲੇ ਦੀ। ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੋਨਾਲੀ ਫੋਗਾਟ ਨੂੰ ਜਿਹੜੀ ਡਰੱਗ ਸੀ ਉਹ ਐਮਡੀਐਮਏ ਉਹ ਡਰੱਗ ਦਿੱਤੀ ਗਈ ਸੀ। ਐਮਡੀਐਮਏ ਜਿਸ ਨੂੰ ਲਵ ਪਿਲ ਦਾ ਨਾਮ ਵੀ ਦਿੱਤਾ ਜਾਂਦਾ ਹੈ, ਜੋ ਲਵ ਪਿਲ ਦੇ ਨਾਮ ਨਾਲ ਜਾਣੀ ਜਾਂਦੀ ਹੈ, ਉਹ ਐਮਡੀ ਡਰੱਗ ਸੀ ਜਿਹੜੀ ਦਿੱਤੀ ਗਈ ਸੀ। ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਵੱਲੋਂ ਖੁਦ ਇਸ ਦਾ ਖੁਲਾਸਾ ਕੀਤਾ ਗਿਆ ਹੈ ਕਿ ਪਾਰਟੀ ਦੇ ਲਈ ਇੱਕ ਬੋਤਲ ਦੇ ਵਿੱਚ 1.5 ਗ੍ਰਾਮ ਐਮਡੀਐਮਏ ਜਿਹੜੀ ਡਰੱਗ ਸੀ ਉਹ ਲਿਆਂਦੀ ਗਈ ਸੀ ਔਰ ਉਸੇ ਬੋਤਲ ਦੇ ਵਿੱਚ ਸੋਨਾਲੀ ਨੂੰ ਡਰੱਗ ਦਿੱਤੀ ਗਈ। ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਸੀ ਜਦੋਂ ਸੁਧੀਰ ਸਾਂਗਵਾਨ ਸੋਨਾਲੀ ਨੂੰ ਕੋਈ ਡਰਿੰਕ ਪਿਲਾ ਰਿਹਾ ਸੀ। ਉਸ ਦੇ ਵਿੱਚ 1.5 ਗ੍ਰਾਮ 1.5 ਗ੍ਰਾਮ ਉਸ ਦੇ ਵਿੱਚ ਐਮਡੀ ਡਰੱਗ ਸੀ। ਸਿੰਥੈਟਿਕ ਨਸ਼ਾ ਹੁੰਦਾ ਹੈ ਐਮਡੀ ਡਰੱਗ ਔਰ अगर कोई व्यक्ति 0.05 ग्राम उसका सेवन करता है, एक बार फिर दस दें 0.05 ग्राम उसका सेवन करता है तो उस व्यक्ति ते उस ड्रग्स का असर हो जाता है। और जिथे 1.5 ग्राम ड्रग का सेवन होया होवे उत्थे की हालत होगी इसका अंदाजा लगाया जा सकता है। कैमिकल जांच गोवा पुलिस करवाएगी। गोवा पुलिस न्यूज़ 18
ਨੂੰ ਗੋਆ ਪੁਲਿਸ ਨੇ ਇਹ ਐਕਸਕਲੂਸਿਵ ਜਾਣਕਾਰੀ ਦਿੱਤੀ ਹੈ। MDMA ਸਰੀਰ ਦੇ ਵਿੱਚ ਤੇਜ਼ੀ ਦੇ ਨਾਲ ਜਿਹੜੀ ਊਰਜਾ ਹੈ ਉਸ ਨੂੰ ਵਧਾ ਦਿੰਦਾ ਔਰ ਜ਼ਿਆਦਾ ਮਾਤਰਾ 'ਚ ਸੇਵਨ ਇਸ ਦਾ ਜਾਨਲੇਵਾ ਸਾबित ਹੋ ਸਕਦਾ ਹੈ। आनंद तिवारी साढ़े सहयोगी जुड़े ने दिल्ली तो और गलबात करने के लिए। आनंद, जिस तरीके से ये एक एक करके खुलासे हो रहे हैं, ड्रग्स की बात आ रही थी लेकिन अब एक्यूरेट जो उसकी मात्रा है उसका पता चल गया कि 1.5 ग्राम बहुत ज्यादा है, जिस जहां पर 0.05 भी अगर कोई बंदा ले ले तो उसकी भी हालत खराब हो जाती है। जी देखिए, बिल्कुल एक तय क्वांटिटी से ज्यादा जो ड्रग्स का ओवरडोज था वो सोनाली फोगाट को दिया गया था सुधीर सांगवान की तरफ से। और गोवा पुलिस ने पहले दिन ही ये खुलासा कर दिया था FIR दर्ज होने के बाद कि इसमें एक बड़ी कॉन्स्पिरेसी। और न्यूज 18 इंडिया ने सबसे पहले ये खुलासा किया था कि इस जो सोनाली फोगाट है उन्हें लिक्विड फॉर्म में पानी की बोतल के अंदर ये ड्रग्स दी गई है, सिंथेटिक ड्रग्स। और गोवा पुलिस ने उस करलीज जो क्लब था वहां के बाथरूम से भी जो ड्रग्स की रिकवरी की थी। और गोवा पुलिस के जो IG हैं ओमवीर बिश्नोई, उन्होंने भी ये कहा था कि ये MDMA ड्रग्स जो है वो दिया गया, जो अब तक की शुरुआती जानकारी मिल रही है। लेकिन इसकी केमिकल जांच कराई जाएगी। जो डॉक्टर्स हैं वो इस पे ऑफिशियल ओपिनियन देंगे कि ये MDMA ड्रग्स किस तरह का था और कितनी क्वांटिटी में सोनाली फोगाट को दिया गया था। आज ही जो गोवा की एक टीम जो है वो हरियाणा के लिए निकली है और वहां पर जाके वो हरियाणा के हिसार में पूरे मामले की तफ्तीश करेगी। जो प्रॉपर्टी और पैसे का जो एंगल आ रहा है इस मर्डर केस के पीछे, उसके तमाम तार जो है वो खंगाले जाएंगे। कई लोगों से जो सोनाली फोगाट से जुड़े हुए हैं या सुधीर सांगवान और सुखविंदर से, उन तमाम लोगों से गोवा पुलिस सिलसिलेवार तरीके से पंजाब हरियाणा में कई दिनों तक डेरा डालकर उनके बयान दर्ज करेगी। तो आनंद, ये पुलिस सोर्सेज के हिसाब से अगर हम बात करें, जो जानकारी न्यूज 18 के पास आ रही है कि किसी मंशा के तहत डेलिबरेटली सोनाली को ड्रग्स दी गई, ये मान चुके हैं मुलजम। जी देखिए, बिल्कुल ये फोर्सफुली उन्हें ड्रग्स दी गई थी और इस बात का खुलासा हुआ है कि उनको ड्रग्स की ओवरडोज भी दी थी। आप जो सीधे देखेंगे उसमें साफ नजर आ रहा है कि उन्हें जानबूझ के उन्हें जो है वो जब वो नाच रही हैं फ्लोर पर तो उन्हें बार बार वो पानी की बोतल पीने के लिए मजबूर कर रहे हैं। और उस समय सोनाली फोगाट बिल्कुल अनकॉन्शियस थी, उन्हें इस बात का शायद अंदाजा नहीं था कि उन्हें ये ड्रग्स की ओवरडोज दी जा रही है। और उसके बाद आप दूसरा फुटेज देखेंगे जिसमें उनकी तबीयत बिगड़ती है, तब सुधीर सांगवान उन्हें सहारा देते हुए जो लड़खड़ा रही है वो बाथरूम से निकलते हुए दिख रही है। तो ये 2 CCTV फुटेज काफी अहम थे, जिसके बाद 2 ड्रग्स पेडलर जो हैं उनकी भी गिरफ्तारी इसमें हुई है। और अभी कुछ और ड्रग्स पेडलर जो हैं उन पर शिकंजा गोवा पुलिस कर सकती है कि आखिर ये ड्रग्स की चेन कहां तक गई थी और किस तरह से सुधीर सांगवान ड्रग्स पेडलरों के संपर्क में आखिर किसके कहने पे आए थे। जी शुक्रिया आनंद इस जानकारी के लिए। साढ़े सहयोगी आनंद तिवारी जिस तरीके नाल जानकारी दे रहे सी कि ਇਹ ਪੁਲਿਸ ਦੀ ਹੁਣ ਤੱਕ ਫਾਈਂਡਿੰਗਸ ਹੈ, ਜੋ ਪੁੱਛਗਿੱਛ ਹੈ ਉਸ ਦੇ ਵਿੱਚ ਨਿਕਲ ਕੇ ਆਇਆ ਔਰ ਇੱਕ ਟੀਮ ਹਰਿਆਣਾ ਦੇ ਲਈ ਰਵਾਨਾ ਹੋ ਚੁੱਕੀ ਹੈ, ਕਿਉਂਕਿ ਇਹ ਕਤਲ ਜਿਹੜਾ ਹੋਇਆ ਹੈ ਉਸ ਦੇ ਪਿੱਛੇ ਮਨਸ਼ਾ ਕੀ ਹੈ, ਕਾਰਨ ਕੀ ਨੇ, ਕਿਉਂ ਇਹ ਕਤਲ ਕੀਤਾ ਗਿਆ, ਉਸ ਦੀ ਜਾਂਚ ਕਰੇਗੀ ਇੱਕ ਗੋਆ ਪੁਲਿਸ ਦੀ ਟੀਮ ਹਰਿਆਣਾ ਪਹੁੰਚ ਕੇ। ਔਰ ਕਿੰਨੀ ਸੋਨਾਲੀ ਫੋਗਾਟ ਦੇ ਨਾਮ ਪ੍ਰਾਪਰਟੀ ਹੈ, ਉਸ ਦੇ ਕਾਗਜ਼ ਪੱਤਰ ਕਿੱਥੇ ਨੇ, ਕਿਸ ਦੇ ਨਾਮ ਟ੍ਰਾਂਸਫਰ ਕੀਤੀ ਹੈ, ਕੋਈ ਪਾਵਰ ਆਫ ਅਟਾਰਨੀਜ਼ ਨੇ, ਕੀ ਕੁਛ ਹੈ, ਕੋਈ ਸੁਧੀਰ ਦੇ ਨਾਮ ਵੀ ਸੋਨਾਲੀ ਦੀ ਪ੍ਰਾਪਰਟੀ ਹੈ, ਕਿੰਨੀ ਹੈ, ਇਹ ਸਭ ਕੁਝ ਜਿਵੇਂ ਪਰਿਵਾਰ ਇਲਜ਼ਾਮ ਲਾਉਂਦਾ ਆ ਰਿਹਾ, ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਔਰ ਇੱਕ ਟੀਮ ਜਾਂਚ ਕਰੇਗੀ, ਇਸ ਦੇ ਕਾਰਨਾਂ ਨੂੰ, ਇਸ ਦੀ ਵਜ੍ਹਾ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅਗਲੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਗੁਨਾਹਗਾਰਾਂ ਦੇ ਨਾਲ ਜੁੜੀ ਹੋਈ। ਮੂਸੇਵਾਲਾ ਦੇ ਗੁਨਾਹਗਾਰ ਅਨਮੋਲ ਬਿਸ਼ਨੋਈ ਤੇ ਸਚਿਨ ਥਪਨ ਤੇ ਸਿਕੰਜਾ ਕੱਸਿਆ ਹੈ। ਸਚਿਨ ਥਪਨ ਨੂੰ ਅਜ਼ਰਬੈਜਾਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਸਚਿਨ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਲੀ ਪਾਸਪੋਰਟ ਤੇ ਸਚਿਨ ਭੱਜਿਆ ਸੀ ਸਚਿਨ ਥਪਨ और उसनू गिरफ्तार कर लिया गया है। अनमोल बिश्नोई ते भी शिकंजा है। सचिन थपन वही शख्स है जिसने न्यूज़ 18 ते खुद फोन करके न्यूज़ 18 दे नाल जानकारी साझी की सी, दावा किया सी कि सिद्धू मूसेवाला दा कतल उन्होंने ही किया है और इत्थों तक सचिन थपन ने कहा सी कि मैं खुद कतल किया है। पर बाद दे विच पुलिस ने, दिल्ली पुलिस ने जानकारी दी सी कि सचिन थपन उस वेले केस की जांच नूं प्रभावित करने की कोशिश कर रहा सी या गुमराह करने की कोशिश कर रहा सी। ये सचिन थपन जाली पासपोर्ट ते बाहर गया सी। हुण पुलिस की गिरफ्त दे विच और भारत लियाउण दी प्रक्रिया शुरू कर दी गई है। अनमोल बिश्नोई की भी लोकेशन ट्रेस हुई है। सोर्सिस तो यह खबर आ रही है कि केनिया दे विच
ਅਨਮੋਲ ਬਿਸ਼ਨੋਈ ਦੀ ਲੋਕੇਸ਼ਨ ਟਰੇਸ ਹੋਈ ਹੈ। ਫਰਜ਼ੀ ਪਾਸਪੋਰਟ ਤੇ ਦੋਨੇ ਵਿਦੇਸ਼ ਭੱਜੇ ਸੀ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦੋਵੇਂ ਨਾਮਜ਼ਦ ਮੁਲਜ਼ਮ ਨੇ। ਚਾਰਜ ਸ਼ੀਟ ਦੇ ਵਿੱਚ ਦੋਨਾਂ ਦੇ ਨਾਮ ਨੇ ਔਰ ਉਸ ਖਾਨੇ ਦੇ ਵਿੱਚ ਪਾਏ ਗਏ ਨੇ ਜਿਨ੍ਹਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਇਸ ਮਾਮਲੇ ਦੇ ਦੋਸ਼ੀਆਂ ਨੂੰ। ਸੋ ਸਚਿਨ ਥੱਪਨ ਨੂੰ ਅਜ਼ਰਬੈਜਾਨ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਔਰ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਦੀ ਇੱਕ ਸਾਇੰਟਿਫਿਕ ਤੇ ਸਿਸਟਮੈਟਿਕ ਇਨਵੈਸਟੀਗੇਸ਼ਨ ਕਰਕੇ ਪੂਰੀ ਕਨਸਪੀਰੇਸੀ ਨੂੰ ਅਨਰੈਵਲ ਕੀਤਾ ਹੈਗਾ ਤੇ ਇਸ ਦੇ ਵਿੱਚ ਇੱਕ ਸਚਿਨ ਥਾਪਨ ਏਲੀਅਸ ਬਿਸ਼ਨੋਈ ਫਿਗਰ ਹੋਇਆ ਸੀ ਜਿਹੜਾ ਅਬਰੋਡ ਬੈਠ ਕੇ ਹੀ ਵਾਸ ਇਨ ਟੱਚ ਵਿਦ ਗੋਲਡੀ ਬਰਾੜ ਐਂਡ ਦੀ ਪੀਪਲ ਔਨ ਦਾ ਗਰਾਊਂਡ। ਸੋ ਇਸ ਦੀ ਅਸੀਂ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰਕੇ ਅਸੀਂ ਪਤਾ ਕੀਤਾ ਕਿ ਇਹ ਦੁਬਈ ਚਲਾ ਗਿਆ ਸੀਗਾ ਫੇਕ ਪੇਪਰਸ ਤੇ। ਗਵਰਨਮੈਂਟ ਆਫ ਇੰਡੀਆ ਦੇ ਸਪੋਰਟ ਨਾਲ ਕੋਆਪਰੇਸ਼ਨ ਨਾਲ ਅਸੀਂ ਇਸ ਨੂੰ ਟਰੇਸ ਕੀਤਾ ਫਰੋਮ ਦੁਬਈ ਟੂ ਅਜ਼ਰਬੈਜਾਨ ਤੇ ਸੈਂਟਰਲ ਏਜੰਸੀਜ਼ ਦਾ ਗਵਰਨਮੈਂਟ ਆਫ ਇੰਡੀਆ ਦਾ ਸਾਨੂੰ ਸਪੋਰਟ ਮਿਲਿਆ ਤੇ ਉੱਥੇ ਲੀਗਲ ਪ੍ਰੋਸੈਸ ਚੱਲ ਰਿਹਾ ਹੈ। ਵੀ ਆਰ ਵੈਰੀ ਹੋਪਫੁਲ ਕਿ ਇਹ ਮੁਲਜ਼ਮ ਜਿਹੜਾ ਹੈਗਾ ਵੈਰੀ ਸੂਨ ਹੀ ਵਿਲ ਬੀ ਬ੍ਰੌਟ ਟੂ ਇੰਡੀਆ ਟੂ ਫੇਸ ਜਸਟਿਸ। ਤੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਦੇ ਸਖਤ ਹਦਾਇਤਾਂ ਹੈਗੀਆਂ ਕਿ ਗੈਂਗਸਟਰਸ ਨੂੰ ਗੈਂਗਸਟਰ ਰਿਲੇਟਡ ਕ੍ਰਾਈਮਸ ਦੇ ਉੱਪਰ ਪੂਰਾ ਕ੍ਰੈਕਡਾਊਨ ਕੀਤਾ ਜਾਵੇ ਤੇ ਵੀ ਆਰ ਕਮਿਟਡ ਟੂ ਡਿਲੀਵਰ ਜਸਟਿਸ ਇਨ ਦਾ ਸਿੱਧੂ ਮੂਸੇਵਾਲਾ। ਤਾਂ ਡੀਜੀਪੀ ਖੁਦ ਜਾਣਕਾਰੀ ਦੇ ਰਹੇ ਸੀ ਕਿ ਸਚਿਨ ਥਾਪਨ ਨੂੰ गिरफ्तार कर लिया गया है अजरबैजान दे विच। सेंट्रल एजेंसीज दे नाल मिल के एक ऑपरेशन नूं अंजाम दिता गया। मनोज राठी साडे सहयोगी जुड़े ने। मनोज, बहुत वड्डी आपां कह सकते हैं पुलिस दे लई ब्रेक थ्रू है। सचिन थप्पन उही शख्स जिसने पहला दिल्ली पुलिस दे कहण मुताबक जो दिल्ली पुलिस दे HGS धालीवाल सीगे कमिश्नर उन्होंने जिहड़ी जानकारी दी सी कि सचिन जिहड़ी फोन कॉल्स भी कर रहा सी, न्यूज़ 18 नूं कॉल कीती सी और उस च उसने कहा कि मैं खुद मारिया सी, तो वो जांच नूं प्रभावित करन दी या गुमराह करन दी कोशिश कर रहा सी जांच एजेंसियां नूं। ते हुण पुलिस दी गिरफ्त दे विच आ चुक्या। दुबई भज्जिया सी, दुबई तो अजरबैजान गया और उत्थे हुण हिरासत दे विच है। किसी वेले भी लिआंदा जा सकता है भारत, क्योंकि इत्थे ज्यादा लंबी चौड़ी प्रक्रिया नहीं हुंदी। बिल्कुल विजय, जिद्दां DGP गौरव यादव वालों भी जानकारी दी गई है, तो एक बहुत वड्डी गल इहदे विच है कि एक गलत फहमी जिहड़ी हुंदी है, जो कोई भी गैंगस्टर होवे या कोई भी अपराधी होवे कि इत्थे असी किसी भी वारदात नूं अंजाम दिता ते असी अब्रॉड भज गए, उत्थे असी सेफ हाँ। लेकिन एक बहुत बड़ा एग्जाम्पल है, बहुत बड़ा एग्जाम्पल है कि हुण जिहड़ी पंजाब पुलिस दी एंटी गैंगस्टर टीम ने दिखा है, इहदे विच सेंट्रल एजेंसी दे नाल मिल के जिहड़ा ये ऑपरेशन बड़ा कॉन्फिडेंस ऑपरेशन रहा है, क्योंकि ये पब्लिकली नहीं किया गया विजय, क्योंकि कई चीज़ां होंदी है, कई इन्हां दे जिहड़ा इंटरनली जिहड़ी साइबर सैल है, IT विंग है, क्योंकि लगातार असी अधिकारियों नाल गलबात कर रहे हैं कि उन्होंने जिहड़ी जानकारी जिहड़ी दित्ती है कि ये किस तरह ये ट्रेस किया गया टैक्नीकली जिहड़ी हेल्प नाल, जिहड़ा IT विंग ने काम किया और बड़े कॉन्फिडेंशियल तरीके नाल ये काम किया गया कि किसी भी तरह का कोई मीडिया नूं इहदे बारे जिहड़ी जानकारी नहीं दी गई, क्योंकि कई चीज़ां होंदी है विजय, तुसीं भी कवर करते रहे हो, कई चीज़ां होंदी है जिहड़ी बड़े ही तरीके नाल की जाती है कि किसी भी अपराधी तक एक गल ना पहुंचे कि असी किस तरह की ट्रेस कर रहे हैं, असी किस तरह कॉन्फिडेंसली उस तक पहुंचने की कोशिश कर रहे हैं। इस केस सेम यही होया। सचिन थापन साडे कोल, मैं असी तुहानूं एक दे दिए कि साडे कोल चार्जशीट दी सारी कॉपियां पहुंच चुकी है। न्यूज़ 18 कोल सब तो पहला चार्जशीट दी कॉपी पहुंच चुकी है ते उहदे विच भी सचिन थापन ने की इहदा रोल की रहा वो भी तुहानूं दस दिए कि सचिन थापन, क्योंकि सचिन थापन इस वेले डिटेन हैगा, ਉਹ ਹਜੇ ਹਿਰਾਸਤ 'ਚ ਲਿਆ ਹੋਇਆ ਤੇ ਜਲਦੀ ਜਿਹੜਾ ਪ੍ਰੋਸੈਸ ਹੈ ਕਰਕੇ ਉਹਨੂੰ ਇੱਥੇ ਲਾ ਕੇ ਪੁੱਛਗਿੱਛ ਹੋਏਗੀ, ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਏਗਾ ਸਿੱਧੂ ਮੂਸੇਵਾਲੇ ਦੇ ਇਲਾਵਾ ਵੀ। ਲੇਕਿਨ ਉਹਦਾ ਰੋਲ ਕੀ ਸੀ, ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਉਹਦਾ ਰੋਲ ਕੀ ਸੀਗਾ ਸਿੱਧੂ ਮੂਸੇਵਾਲੇ ਦਾ। ਜਿਹੜੀ ਚਾਰਜਸ਼ੀਟ ਕੋਲ, ਜਿਹੜੀ ਚਾਰਜਸ਼ੀਟ ਸਾਡੇ ਕੋਲ ਹੁਣ ਪਹੁੰਚੀ ਹੈ, ਉਹਦੇ ਵਿੱਚ ਬਹੁਤ ਕਲੀਅਰ ਲਿਖਿਆ ਹੋਇਆ ਹੈ ਸਾਰੇ ਜਿੰਨੇ ਵੀ 36 ਐਕਿਊਜ਼ਡ ਹੈਗੇ ਉਹਨਾਂ ਦੇ ਨਾਂ ਤੇ ਉਹਨਾਂ ਦਾ ਕੀ ਰੋਲ ਰਿਹਾ ਹੈ, किस तरह का रोल रहा है, सचिन थापन का की रोल रहा है। ये भी सचिन थापन क्योंकि इस टाइम जिहड़ा हैगा वो मेन है, क्योंकि वो डिटेन कर लिया गया है, और सचिन थापन का जिहड़ा मेन रोल रहा है वो की कंसिपरेटर रहा है, तो उन्हें वैपन्स भी मुहैया कराए हुए ने। ये असी नहीं कह रहे, ये चार्जशीट पुलिस की चार्जशीट च लिखा है कि उन्हें लॉजिस्टिक के नाल उन्हें वैपन्स भी मुहैया कराए हैं शार्प शूटर्स नूं। यानी कह सकते हैं कि सचिन थापन का एक अहम इहदे विच भूमिका रही है जिहड़े सिद्धू मूसेवाला का मर्डर होया है। सचिन थापन के नाल अनमोल बिश्नोई का भी यही है, वो भी उन्हें भी वैपन्स जिहड़े हैगे मुहैया कराए हैं, एक असैम्बल किया है, कह सकते हैं कि एक असैम्बल की है सारी जिहड़ी टीम है, एक शार्प शूटर्स की जिहड़ी टीम है वो असैम्बल भी की है, जिहड़ी उन्होंने हथियार जिहड़े है मुहैया करवाए हैं। तो कह सकते हैं बहुत अहम भूमिका रही है और बड़े तरीके नाल इन्हों भार भेजा गया। दिल्ली के संगम बिहार दे राहुल सरकार ने
ਸੰਗਮ ਵਿਹਾਰ ਦਾ ਇੱਕ ਐਡਰੈਸ ਹੈ ਸਾਡੇ ਕੋਲ, ਉਹਦਾ ਤੇ ਪਾਸਪੋਰਟ ਜਾਲੀ ਜਿਹੜਾ ਪਾਸਪੋਰਟ ਬਣਾਇਆ ਸੀਗਾ ਉਹਦੀ ਵੀ ਕਾਪੀ ਸਾਡੇ ਕੋਲ ਮੌਜੂਦ ਹੈ। ਸੰਗਮ ਵਿਹਾਰ ਦਾ ਐਡਰੈਸ ਹੈ, ਰਾਹੁਲ ਸਰਕਾਰ ਨੇ ਉਹਦਾ ਫੇਕ ਪਾਸਪੋਰਟ ਬਣਾਇਆ ਸੀਗਾ। ਤਿਲਕ ਰਾਜ ਟੋਟੇਚਾ ਦੇ ਨਾਂ ਤੇ ਇਹਨੇ ਫੇਕ ਪਾਸਪੋਰਟ ਬਣਾਇਆ ਸੀਗਾ। ਫਾਦਰ ਦਾ ਨਾਂ ਹੈਗਾ ਭੀਮ ਸਿੰਘ ਤੇ ਮਦਰ ਦਾ ਨਾਂ ਹੈਗਾ ਖੁਸ਼ੀ ਦੇਵੀ, ਜਿਹੜਾ ਫੇਕ ਪਾਸਪੋਰਟ ਇਹਨੇ ਬਣਾ ਕੇ 13/4/2022 ਨੂੰ ਇਹ ਫੇਕ ਪਾਸਪੋਰਟ ਜਿਹੜਾ ਜਾਰੀ ਹੋਇਆ 13/4/2022 ਯਾਨੀ ਕਿ 13 ਅਪ੍ਰੈਲ 2022 ਨੂੰ ਇਹ ਫੇਕ ਪਾਸਪੋਰਟ ਜਾਰੀ ਹੋਇਆ। ਉਸ ਤੋਂ ਬਾਅਦ ਇਹ ਸਿੱਧਾ ਇੱਥੋਂ ਨਿਕਲ ਜਾਂਦੇ ਨੇ। ਹਾਲਾਂਕਿ ਜਿਹੜੀ ਹੁਣ ਤੱਕ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਅਨਮੋਲ ਬਿਸ਼ਨੋਈ ਨੂੰ ਵੀ ਟ੍ਰੇਸ ਕਰ ਲਿਆ ਗਿਆ ਹੈ, ਕੀਨੀਆ 'ਚ ਜਿਹੜੀ ਉਹਦੀ ਲੋਕੇਸ਼ਨ ਆ ਰਹੀ ਹੈ। ਇਹਦੇ 'ਚ ਵੀ ਕੰਮ ਚੱਲ ਰਿਹਾ, ਇਹਦੇ ਵਿੱਚ ਵੀ ਹੁਣ ਪੁਲਿਸ ਜਿਹੜੀ ਹੈ ਲਗਾਤਾਰ ਕੰਮ ਕਰ ਰਹੀ ਹੈ। ਲੇਕਿਨ ਇੱਕ ਬਹੁਤ ਵੱਡੀ ਸਕਸੈਸ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਇਹਦੇ ਵਿੱਚ ਸਾਹਮਣੇ ਆਈ ਹੈ ਕਿ ਇਹ ਗਲਤਫਹਿਮੀ ਨਹੀਂ ਰੱਖਣੀ ਹੁਣ ਕਿ ਜਿਹੜਾ ਵੀ ਕੋਈ ਵਿਦੇਸ਼ 'ਚ ਬਹਿ ਕੇ ਹੁਣ ਗੋਲਡੀ ਬਰਾੜ ਤੇ ਵੀ ਰੈੱਡ ਕਾਰਨਰ ਨੋਟਿਸ ਜਿਹੜਾ ਜਾਰੀ ਕੀਤਾ ਹੈ ਉਹਦੇ ਵਿੱਚ ਵੀ ਹੁਣ ਲਗਾਤਾਰ ਲੱਗੀ ਹੋਈ ਹੈ ਪੁਲਿਸ। ਜਲਦੀ ਜਿਹੜਾ ਹੈਗਾ ਉਹ ਵੀ ਇੱਕ ਵੱਡਾ ਆਪਰੇਸ਼ਨ ਜਿਹੜਾ ਕਰਨ ਦੀ ਤਿਆਰੀ 'ਚ ਪੰਜਾਬ ਪੁਲਿਸ। ਤੇ ਲਿਪਿਨ ਨਹਿਰਾ ਵੀ ਹਜੇ ਗੋਲਡੀ ਬਰਾੜ ਦਾ ਖਾਸ ਹੈ, ਉਹਨੂੰ ਵੀ ਲਾਉਣ ਦੀ ਜਿਹੜੀ ਹੈ ਉਹਨੂੰ ਵੀ ਟ੍ਰੇਸ ਕੀਤਾ ਜਾ ਰਿਹਾ। ਤਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦੀ ਚਾਰਜ ਸ਼ੀਟ 'ਚ ਇੱਕ ਚੀਜ਼ ਦਿੱਤੀ ਹੋਈ ਹੈ ਕਿ ਇਹਨਾਂ ਦੇ ਜਿਹੜੇ ਕਾਰਨਾਮੇ ਹੋਏ। ਜੀ ਠੀਕ ਹੈ, ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ। ਤਾਂ ਸਚਿਨ ਨੂੰ ਗ੍ਰਿਫਤਾਰ ਕਰਨਾ ਇੱਕ ਵੱਡੀ ਬ੍ਰੇਕ ਥਰੂ ਹੈ ਪੁਲਿਸ ਦੇ ਲਈ। ਅਜ਼ਰਬੈਜਾਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਭਾਰਤ ਲਿਆਉਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ, ਤਿਆਰੀ ਕੀਤੀ ਜਾ ਰਹੀ ਹੈ। ਭਾਰਤ ਲੈ ਕੇ ਆਂਦਾ ਜਾਏਗਾ ਜਲਦੀ ਸਚਿਨ ਬਿਸ਼ਨੋਈ ਨੂੰ, ਜਿਹੜਾ ਮਾਸਟਰਮਾਈਂਡ ਹੈ ਇਸ ਕੇਸ ਦਾ। ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਸੁਖਬੀਰ ਸਿੰਘ ਬਾਦਲ ਨੂੰ 14 ਸਤੰਬਰ ਦੇ ਲਈ ਦੁਬਾਰਾ ਬੁਲਾਇਆ ਗਿਆ ਹੈ SIT ਵੱਲੋਂ। ਕੋਟਕਪੂਰਾ ਗੋਲੀकांड ਦੀ ਪੁੱਛਗਿੱਛ ਦੇ ਲਈ, ਜਿਹੜਾ ਕੋਟਕਪੂਰਾ ਗੋਲੀकांड ਹੋਇਆ ਸੀ ਉਸ ਦੀ ਦੁਬਾਰਾ ਪੁੱਛਗਿੱਛ ਦੇ ਲਈ ਸੰਮਨ ਭੇਜਿਆ ਗਿਆ ਹੈ ਸੁਖਬੀਰ ਬਾਦਲ ਨੂੰ 14 ਸਤੰਬਰ ਦੇ ਲਈ। SIT ਨੇ ਨਵਾਂ ਸੰਮਨ ਜਿਹੜਾ ਹੈ ਉਹ ਤਿਆਰ ਕੀਤਾ ਹੈ। ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਸੁਖਬੀਰ ਬਾਦਲ ਨੂੰ ਹੁਣ 14 ਸਤੰਬਰ ਨੂੰ ਸੱਦਿਆ ਗਿਆ ਹੈ। ਔਰ SIT ਨੇ ਇਹ ਵੀ ਕਿਹਾ ਕਿ ਅਸੀਂ ਪਹਿਲਾਂ ਵੀ ਸੰਮਨ ਭੇਜਿਆ ਸੀ ਸੁਖਬੀਰ ਬਾਦਲ ਨੂੰ। ਉਹਨਾਂ ਨੇ ਕਿਹਾ ਕਿ ਕੈਰੀਅਰ ਦੇ ਜ਼ਰੀਏ 2 ਵਾਰ ਸੰਮਨ ਭੇਜਿਆ ਸੀ ਔਰ ਦੋਵੇਂ ਵਾਰ ਜਿਹੜੇ ਸੰਮਨ ਸੀ ਉਹ ਵਾਪਸ ਕਰ ਦਿੱਤੇ ਗਏ। ਇਹ SIT ਦਾ ਬਿਆਨ ਹੈ। ਸੁਖਬੀਰ ਬਾਦਲ ਦੇ ਸੰਮਨ ਤੇ SIT ਨੇ ਜਵਾਬ ਦਿੱਤਾ ਹੈ ਕਿ ਪੁਲਿਸ ਅਧਿਕਾਰੀ ਖੁਦ ਸੁਖਬੀਰ ਬਾਦਲ ਦੇ ਘਰ ਇਹ ਸੰਮਨ ਲੈ ਕੇ ਗਏ ਸੀ। ਸੁਖਬੀਰ ਬਾਦਲ ਵਿਦੇਸ਼ 'ਚ ਨੇ, ਇਹ ਕਹਿ ਕੇ ਪੁਲਿਸ ਅਧਿਕਾਰੀਆਂ ਨੂੰ ਮੋੜ ਦਿੱਤਾ ਸੀ। 2 ਵਾਰ ਕੋਰੀਅਰ ਦੇ ਜ਼ਰੀਏ ਸੰਮਨ ਭੇਜੇ ਗਏ ਸੀ। ਦੋਨੋਂ ਵਾਰ ਸੰਮਨ ਰਿਸੀਵ ਕਰਨ ਤੋਂ ਮਨਾ ਕੀਤਾ ਗਿਆ ਔਰ ਫੋਨ ਨੰਬਰ ਦੇ ਜ਼ਰੀਏ ਵਨੀਤਪਾਲ ਸਿੰਘ ਮਾਨ ਉਰਫ ਹੈਪੀ, ਜੋ ਉਹਨਾਂ ਨੇ ਨੰਬਰ ਵੀ ਦੱਸਿਆ ਹੈ ਕਿ ਉਸਦੇ ਨੰਬਰ ਤੇ ਸੰਮਨ ਭੇਜਿਆ ਗਿਆ ਸੀ। ਫੋਨ ਤੇ ਹੈਪੀ ਨੇ ਸੰਮਨ ਰਿਸੀਵ ਹੋਣ ਦੀ ਜਾਣਕਾਰੀ ਦਿੱਤੀ ਸੀ। ਵਨੀਤਪਾਲ ਸਿੰਘ ਹੈਪੀ ਜਿਹੜੇ ਸੁਖਬੀਰ ਬਾਦਲ ਦੇ PA ਨੇ, ਅਕਸਰ ਉਹਨਾਂ ਦੇ ਨਾਲ ਰਹਿੰਦੇ ਨੇ, ਉਹਨਾਂ ਦਾ ਸਾਰਾ ਜਿਹੜਾ ਹੈ ਕੰਮਕਾਜ ਦੇਖਦੇ ਨੇ, ਉਹਨਾਂ ਦੀਆਂ ਜੋ ਸਿਆਸੀ ਗਤੀਵਿਧੀਆਂ ਨੇ ਸਾਰੀ ਜਾਣਕਾਰੀ ਉਹਨਾਂ ਕੋਲ ਹੁੰਦੀ ਹੈ। ਸੋ ਉਹਨਾਂ ਦਾ ਨਾਮ ਦੱਸਿਆ ਹੈ ਪੁਲਿਸ SIT ਨੇ ਔਰ ਕਿਹਾ ਹੈ ਕਿ ਵਨੀਤਪਾਲ ਸਿੰਘ ਦੇ ਨੰਬਰ ਤੇ, ਉਹ ਨੰਬਰ ਵੀ ਦਿੱਤਾ ਹੈ ਕਿ ਇਸ ਤੇ ਸੰਮਨ ਭੇਜਿਆ ਸੀ। ਕੋਰੀਅਰ ਦੇ ਜ਼ਰੀਏ 2 ਵਾਰ ਸੰਮਨ ਭੇਜਿਆ ਗਿਆ ਸੀ। ਕਿਹਾ ਗਿਆ ਕਿ ਸੁਖਬੀਰ ਬਾਦਲ ਵਿਦੇਸ਼ 'ਚ ਨੇ ਔਰ ਸੰਮਨ ਰਿਸੀਵ ਨਹੀਂ ਕੀਤਾ ਗਿਆ। ਇਹ ਗੱਲ SIT ਨੇ ਕਹੀ ਹੈ। SIT ਨੇ, ਕਿਉਂਕਿ ਥੋੜੀ ਦੇਰ ਪਹਿਲਾਂ ਚਰਨਜੀਤ ਬਰਾੜ ਜੁੜੇ ਸੀ ਤਾਂ ਉਹਨਾਂ ਨੇ ਇੱਕ ਚੀਜ਼ ਤੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਆਮ ਆਦਮੀ ਪਾਰਟੀ ਬਿਆਨ ਦੇ ਰਹੀ ਹੈ ਵਾਰ-ਵਾਰ, SIT ਕੁਝ ਨਹੀਂ ਬੋਲ ਰਹੀ, ਜਿਹੜੀ ਕੰਸਰਨਡ ਅਥਾਰਟੀ ਹੈ। ਔਰ ਆਮ ਆਦਮੀ ਪਾਰਟੀ ਇੱਕ ਸਿਆਸੀ ਧਿਰ ਵਜੋਂ ਇਸ ਪੂਰੇ ਮਾਮਲੇ ਦੇ ਉੱਪਰ ਆਪਣਾ ਪ੍ਰਤੀਕਰਮ ਦੇ ਰਹੀ ਹੈ ਜਾਂ ਇਸ ਪੂਰੇ ਮਾਮਲੇ ਨੂੰ ਅੱਗੇ ਵਧਾ ਰਹੀ ਹੈ। ਇਹ ਅਕਾਲੀ ਦਲ ਦੇ ਇਲਜ਼ਾਮ ਸੀ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹਨਾਂ ਵੱਲੋਂ ਸੰਮਨ ਰਿਸੀਵ ਨਹੀਂ ਕੀਤੇ ਗਏ। ਇਹ ਪਹਿਲਾਂ ਜਵਾਬ ਜਿਹੜਾ ਸੀਗਾ ਇਹ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਸੀ, ਪਰ ਹੁਣ SIT ਨੇ ਇਹ ਜਵਾਬ ਦਿੱਤਾ ਹੈ। SIT ਨੇ ਕਿਹਾ ਕਿ 2 ਵਾਰ ਅਸੀਂ ਕੋਰੀਅਰ ਦੇ ਜ਼ਰੀਏ ਸੰਮਨ ਭੇਜੇ ਸੀ ਤੇ ਦੋਨੇ ਵਾਰ ਸੰਮਨ ਰਿਸੀਵ ਨਹੀਂ ਕੀਤੇ ਗਏ। ਸੰਮਨ ਰਿਸੀਵ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੁਖਬੀਰ ਬਾਦਲ ਦੇ ਵਿਦੇਸ਼ 'ਚ ਹੋਣ ਦੀ ਗੱਲ ਕਹਿ ਕੇ। ਔਰ ਫੋਨ ਨੰਬਰ ਦਾ ਵੀ ਜ਼ਿਕਰ ਕੀਤਾ ਹੈ SIT ਨੇ, ਵਨੀਤਪਾਲ ਸਿੰਘ ਹੈਪੀ ਦੇ ਫੋਨ ਨੰਬਰ ਦਾ, ਕਿ ਇਸ ਨੰਬਰ ਤੇ ਅਸੀਂ ਭੇਜਿਆ ਸੀ ਸੰਮਨ, ਪਰ ਫੋਨ ਤੇ ਹੈਪੀ ਨੇ ਸੰਮਨ ਰਿਸੀਵ ਹੋਣ ਦੀ ਜਾਣਕਾਰੀ ਦਿੱਤੀ ਸੀ। ਇਹ ਵੀ ਗੱਲ SIT ਕਹਿ ਰਹੀ ਹੈ। ਸੋ ਹੁਣ 14 ਸਤੰਬਰ ਨੂੰ ਦੁਬਾਰਾ ਸੱਦਿਆ ਗਿਆ ਹੈ ਸੁਖਬੀਰ ਬਾਦਲ ਨੂੰ। 14 ਸਤੰਬਰ ਦੇ ਲਈ ਅਗਲਾ ਸੰਮਨ ਦੁਬਾਰਾ ਪੁੱਛਗਿੱਛ ਦੇ ਲਈ। ਕੋਟਕਪੂਰਾ ਗੋਲੀकांड, ਦਰਅਸਲ ਇਹ ਵੀ ਇੱਥੇ ਥੋੜਾ ਜਿਹਾ ਇਸ ਨੂੰ ਵੱਖਰੇ ਤੌਰ ਤੇ ਦੇਖਣਾ ਜ਼ਰੂਰੀ ਹੈ। 2 ਜਗ੍ਹਾ ਤੇ ਪੁਲਿਸ ਨੇ ਗੋਲੀ ਚਲਾਈ ਸੀ, ਫਾਇਰਿੰਗ ਕੀਤੀ ਸੀ। ਇੱਕ ਕੋਟਕਪੂਰਾ ਚੌਂਕ ਦੇ ਵਿੱਚ, ਇੱਕ ਬਹਿਬਲ ਕਲਾਂ ਜਿਹੜੀ ਧਰਨੇ ਤੇ ਫਾਇਰਿੰਗ ਹੋਈ ਸੀ ਜਦੋਂ ਬਹਿਬਲ ਕਲਾਂ ਦੇ ਵਿੱਚ। ਸੋ 2 ਜਗ੍ਹਾ ਤੇ ਸੀ। ਇਹ ਕੋਟਕਪੂਰਾ ਗੋਲੀकांड ਦੀ ਪੁੱਛਗਿੱਛ ਦੇ ਲਈ ਸੁਖਬੀਰ ਬਾਦਲ ਨੂੰ ਸੱਦਿਆ ਗਿਆ ਹੈ। ਕੋਟਕਪੂਰਾ ਚੌਂਕ ਦੇ ਵਿੱਚ ਜਿੱਥੇ ਸੰਗਤ ਧਰਨਾ ਦੇ ਰਹੀ ਸੀ, ਸਿੱਖ ਸੰਗਤ, ਉੱਥੇ ਪਹਿਲਾਂ ਕਾਫੀ ਦੇਰ ਤੱਕ ਪੁਲਿਸ ਅਧਿਕਾਰੀ
ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ, ਧਰਨਾ ਚੁਕਵਾਉਣ ਦੀ ਕੋਸ਼ਿਸ਼ ਕਰਦੇ ਰਹੇ। ਸਵੇਰੇ 6 ਵਜੇ ਦਾ ਸਮਾਂ ਸੀ, ਉਸ ਵੇਲੇ ਪੁਲਿਸ ਅਧਿਕਾਰੀ ਕਾਫੀ ਦੇਰ ਤੱਕ ਇਸ ਕੋਸ਼ਿਸ਼ 'ਚ ਰਹੇ ਕਿ ਜਿਹੜੇ ਉੱਥੇ ਧਰਨਾਕਾਰੀ ਸੀ ਉਹਨਾਂ ਨੂੰ ਸਮਝਾ ਕੇ ਇਹ ਧਰਨਾ ਚੱਕ ਦਿੱਤਾ ਜਾਵੇ, ਪਰ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਪੁਲਿਸ ਫੋਰਸ ਯੂਜ਼ ਕੀਤੀ ਤੇ ਫਿਰ ਪੁਲਿਸ ਫੋਰਸ ਨੇ ਉਹਨਾਂ ਨੂੰ ਉੱਥੋਂ ਧਰਨੇ ਤੋਂ ਹਟਾ ਦਿੱਤਾ। ਉੱਥੇ ਉਸ ਦੌਰਾਨ ਗੋਲੀ ਚੱਲੀ ਔਰ ਉਸ ਗੋਲੀ ਚੱਲੀ ਦੇ ਆਰਡਰ ਕਿਸ ਨੇ ਦਿੱਤੇ ਸੀ, ਇਹ ਵੀ ਕਾਫੀ ਜਿਹੜੇ ਇਸ ਬਾਬਤ ਸਵਾਲ ਹੁੰਦੇ ਰਹੇ। ਸੋ ਇਸੇ ਮਾਮਲੇ 'ਚ ਪੁੱਛਗਿੱਛ ਦੇ ਲਈ ਸੁਖਬੀਰ ਬਾਦਲ ਨੂੰ ਸੱਦਿਆ ਗਿਆ ਹੈ। ਸਾਡੇ ਨਾਲ ਅਰਸ਼ਦੀਪ ਕਲੇਰ ਜੁੜੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ, ਐਡਵੋਕੇਟ ਨੇ। ਕਲੇਰ ਸਾਹਿਬ, SIT ਕਹਿ ਰਹੀ ਹੈ ਕਿ ਅਸੀਂ 2 ਵਾਰ ਕੋਰੀਅਰ ਦੇ ਜ਼ਰੀਏ ਸੰਮਨ ਭੇਜਿਆ, ਦੋਨੇ ਵਾਰ ਸੁਖਬੀਰ ਬਾਦਲ ਵਿਦੇਸ਼ 'ਚ ਹੋਣ ਦੀ ਗੱਲ ਕਹਿ ਕੇ ਉਹ ਮੋੜ ਦਿੱਤਾ ਗਿਆ ਔਰ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵਨੀਤਪਾਲ ਹੈਪੀ ਨੇ ਜਿਹੜੇ ਸੁਖਬੀਰ ਬਾਦਲ ਹੋਰਾਂ ਦੇ ਨਾਲ ਹੁੰਦੇ ਨੇ ਉਹਨਾਂ ਦੇ ਫੋਨ ਤੇ ਭੇਜਿਆ ਔਰ ਉੱਥੇ ਸਾਨੂੰ ਰਿਸੀਵਡ ਦੀ ਕਨਫਰਮੇਸ਼ਨ ਵੀ ਆਈ। ਨਹੀਂ, ਮੈਂ ਬੜੇ ਸਪਸ਼ਟ ਤੌਰ ਤੇ ਗੱਲ ਕਹਿਣਾ ਜੀ ਕਿ ਜਿਹੜੀ ਪਹਿਲਾਂ ਤਾਂ ਸੰਮਨ ਭੇਜਣ ਦੀ ਗੱਲ ਹੋ ਰਹੀ ਹੈ ਕੋਰੀਅਰ ਤੇ ਜੀ, ਤੇ ਕੋਰੀਅਰ ਤੇ ਕਿਸੇ ਨੂੰ 160 ਦਾ ਸੰਮਨ ਜਾਣਾ, ਤੁਸੀਂ ਆਪੋ ਆਪ ਚਾਹੁੰਦੇ ਹੋ ਕਿ ਜਦੋਂ ਕੋਰਟ ਦਾ ਸੰਮਨ ਜਾਂਦਾ ਜੀ ਉਹ ਰਿਸੀਵਿੰਗ ਹੁੰਦੀ ਹੈ, ਉਹਦੀ ਕੋਰਟ ਦਾ ਬਕਾਇਦਾ ਇੱਕ ਕੋਰਟ ਹੋਵੇ ਜਾਂ ਪੁਲਿਸ ਨਹੀਂ, ਉਹਨਾਂ ਨੇ ਕਿਹਾ ਪੁਲਿਸ ਅਧਿਕਾਰੀ ਸਾਡੇ ਕੋਰੀਅਰ ਲੈ ਕੇ ਗਏ। ਨਹੀਂ, ਮੈਂ ਦੇਖੋ ਇਹ ਗੱਲ ਬੜੇ ਸਪਸ਼ਟ ਤੌਰ ਤੇ ਜੀ ਜਿੱਦਣ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆ ਗਏ ਨੇ ਵਾਪਸ ਉੱਥੋਂ ਬਾਹਰ ਤੋਂ, ਅਸੀਂ ਉਦੋਂ ਦੇ ਲਗਾਤਾਰ ਚੈਨਲ ਦੇ ਉੱਤੇ, ਟੀਵੀ ਦੇ ਉੱਤੇ ਹਰ ਜਗ੍ਹਾ ਇਹ ਗੱਲ ਕਹਿ ਰਹੇ ਹਾਂ ਕਿ ਸਾਨੂੰ ਸੰਮਨ ਨਹੀਂ ਰਿਸੀਵ ਹੋਇਆ। ਤਾਂ ਫਿਰ ਐਸੀ ਕਿਹੜੀ ਚੀਜ਼ ਸੀ ਜਿਹਨੇ ਇਹਨਾਂ ਨੂੰ ਦੁਬਾਰਾ ਉਹਦਾ ਸਪਸ਼ਟੀਕਰਨ ਦੇਣ ਤੋਂ ਇੰਨੇ ਦਿਨ ਰੋਕ ਕੇ ਰੱਖਿਆ? ਜਦੋਂ ਕੱਲ ਸ਼ਾਮ ਨੂੰ ਅਸੀਂ ਇਹਨਾਂ ਨੂੰ ਇੱਕ ਚਿੱਠੀ ਲਿਖੀ SIT ਨੂੰ, ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਪਸ਼ਟ ਤੌਰ ਤੇ ਇਹ ਗੱਲ ਪੁੱਛੀ ਹੈ ਕਿ ਜੀ ਇੱਕ ਸੰਮਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਉਹ ਸੰਮਨ ਤੁਹਾਡਾ ਹੀ ਹੈ, ਅਗਰ ਉਹ ਤੁਹਾਡਾ ਹੈ ਤਾਂ ਉਹਦੇ ਤੇ ਜਿਹੜੀ ਡੇਟ ਮੈਂਸ਼ਨ ਹੈ ਉਸ ਦਿਨ ਮੈਂ ਜ਼ੀਰਾ ਕੋਰਟ ਦੇ ਵਿੱਚ ਜਾਣਾ ਹੋਰ ਤਾਰੀਖ ਦਿੱਤੀ ਜਾਵੇ। ਸੋ ਕੱਲ ਸ਼ਾਮ ਤੱਕ ਵੀ ਕੋਈ ਸੰਮਨ ਕੋਠੀ ਦੇ ਵਿੱਚ ਰਿਸੀਵ ਨਹੀਂ ਹੋਇਆ ਸੀ ਔਰ ਮੈਂ ਤਾਂ ਇਹ ਤੋਂ ਅੱਗੇ ਜਾ ਕੇ ਕਹੂੰਗਾ ਆਪਣਾ ਨਹੀਂ, ਉਹ ਕਹਿ ਰਹੇ ਨੇ ਅਸੀਂ ਵਨੀਤਪਾਲ ਹੈਪੀ ਦੇ ਫੋਨ ਤੇ ਭੇਜਿਆ, ਕਿ ਉਹਨਾਂ ਦੇ ਫੋਨ ਤੇ ਕੋਈ ਅਸੀਂ ਮੇਰੇ ਮਤਲਬ ਕਿ ਮੇਰੀ ਨੌਲੇਜ ਦੇ ਮੁਤਾਬਕ ਕਿਸੇ ਦੇ ਫੋਨ ਤੇ ਕੋਈ ਸੰਮਨ ਰਿਸੀਵ ਨਹੀਂ ਹੋਇਆ, ਨਾ ਕੋਈ ਕਨਫਰਮੇਸ਼ਨ ਆਈ ਹੈ। ਔਰ ਜਿਹੜੇ 160 ਦੇ ਸੰਮਨ ਹੁੰਦੇ ਨੇ ਉਹ ਹਮੇਸ਼ਾ ਇਨ ਪਰਸਨ ਸਰਵ ਕਰਾਏ ਜਾਂਦੇ ਨੇ। ਮੇਰਾ ਸੰਮਨ ਮੈਨੂੰ ਹੀ ਸਰਵ ਹੋਏਗਾ, ਮੇਰਾ ਸੰਮਨ ਕਿਸੇ ਹੋਰ ਨੂੰ ਸਰਵ ਨਹੀਂ ਹੋ ਸਕਦਾ ਹੁੰਦਾ, ਮੇਰਾ ਸੰਮਨ ਮੈਨੂੰ ਸਰਵ ਹੋਣਾ ਹੈ। ਕਲੇਰ ਸਾਹਿਬ, SIT ਇਹ ਕਹਿ ਰਹੀ ਹੈ ਕਿ ਅਸੀਂ ਵਨੀਤਪਾਲ ਹੈਪੀ ਦੇ ਫੋਨ ਤੇ ਭੇਜਿਆ, ਉਹਨਾਂ ਨੇ ਦੇਖ ਲਿਆ, ਉੱਥੇ ਬਲੂ ਟਿਕ ਆਇਆ, ਫਿਰ ਉਹਨਾਂ ਨੇ WhatsApp ਕਾਲ ਤੇ ਕਨਫਰਮ ਵੀ ਕੀਤਾ ਵੀ ਮੈਨੂੰ ਮਿਲ ਗਿਆ। ਨਹੀਂ, ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਜੀ, ਇਹ SIT ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ, SIT ਕਹਿ ਰਹੀ ਹੈ, ਉਹਦੇ ਵਿੱਚ ਲਿਖਿਆ ਹੈ। ਵਿਜੇ ਜੀ ਦੇਖੋ, ਮੈਂ ਬੜੇ ਸਪਸ਼ਟ ਤੌਰ ਤੇ ਗੱਲ ਕਹਿਣਾ, ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਦਸਤੀ ਦੇਣਾ ਜ਼ਰੂਰੀ ਹੁੰਦਾ ਹੈ ਜੇ ਆਪਾਂ ਪੰਜਾਬੀ ਚ ਕਹੀਏ। ਮੈਂ ਵਿਜੇਪਾਲ ਜੀ ਬੜੇ ਸਪਸ਼ਟ ਤੌਰ ਤੇ ਗੱਲ ਕਹਿਣੀ ਚਾਹੁੰਦਾ ਕਿ ਅਗਰ ਕੋਈ ਸੰਮਨ SIT ਨੇ ਕੀਤਾ ਸੀ, ਉਹ ਮੀਡੀਆ ਦੇ ਵਿੱਚ ਸਰਕੂਲੇਟ ਹੋ ਰਿਹਾ ਸੀ ਔਰ ਸਾਨੂੰ ਅੱਜ 1 ਹਫ਼ਤਾ ਹੋ ਗਿਆ ਗੱਲ ਕਹਿੰਦੇ ਨੂੰ ਕਿ ਸਾਨੂੰ ਕੋਈ ਸੰਮਨ ਰਿਸੀਵ ਨਹੀਂ ਹੋਇਆ। ਜਦੋਂ ਕੱਲ ਸ਼ਾਮ ਨੂੰ ਅਰਾਊਂਡ 5 ਵਜੇ ਅਸੀਂ ਲਿਖਤੀ SIT ਨੂੰ ਉਲਟਾ ਲਿਖਿਆ ਕਿ ਜੀ ਇੱਕ ਸੰਮਨ ਸੋਸ਼ਲ ਮੀਡੀਆ ਤੇ ਹੈ, ਕੀ ਇਹ ਸੱਚਾ ਸੰਮਨ ਹੈ, ਕੀ ਇਹ ਤੁਹਾਡਾ ਸੰਮਨ ਹੈ? ਅਗਰ ਤੁਹਾਡਾ ਸੰਮਨ ਹੈ ਤਾਂ ਇਹਦੇ ਤੇ ਜਿਹੜੀ ਡੇਟ ਮੈਂਸ਼ਨ ਹੈ ਉਹ ਸਾਡੀ ਜ਼ੀਰਾ ਕੋਰਟ ਤੇ ਸਾਨੂੰ ਅੱਗੇ ਤਾਰੀਖ ਦਿੱਤੀ ਜਾਵੇ। ਉਦੋਂ ਉਹਦਾ ਵੀ ਕੋਈ ਸਾਨੂੰ SIT ਦਲ ਤੱਕ ਰਿਸਪੌਂਸ ਨਹੀਂ ਆਇਆ। ਸੋ ਪਹਿਲੀ ਗੱਲ ਤਾਂ ਬੜੀ ਸਪਸ਼ਟ ਤੌਰ ਤੇ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਅੱਗੇ ਵੀ ਅਪੀਅਰ ਹੁੰਦੇ ਰਹੇ ਨੇ, ਜਿੰਨੀ ਵਾਰ SIT ਨੇ ਬੁਲਾਇਆ, ਚਾਹੇ ਵੱਡੇ ਬਾਦਲ ਸਾਹਿਬ ਹੋਣ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ, ਕਦੇ ਅਸੀਂ ਤਾਂ ਇਹਨੂੰ ਇਹ ਤੋਂ ਨਾ ਕਦੇ ਭੱਜਿਆ ਨਾ ਕਦੇ ਅੱਗੇ ਭੱਜਾਂਗੇ। ਇਸ ਦਾ ਸਪਸ਼ਟ ਤੌਰ ਤੇ ਹੈ ਕਿਉਂਕਿ ਬਿਲਕੁਲ ਸਾਫ਼, ਸਭ ਕੁਝ ਸਾਫ਼ ਹੈ, ਲੋਕਾਂ ਦੇ ਸਾਹਮਣੇ ਹੈ। ਕੋਟਕਪੂਰਾ ਗੋਲੀकांड ਦੀ ਜਿਹੜੀ ਇਹ ਗੱਲ ਕਰਦੇ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਸੀ, SDM ਸਾਹਿਬ ਕਹਿੰਦੇ ਨੇ ਮੇਰੇ ਹੁਕਮਾਂ ਤੇ ਚੱਲੀ ਹੈ, ਪਰ ਸਰਕਾਰਾਂ ਦੀ ਇੱਕ ਸਿਆਸਤ ਹੁੰਦੀ ਹੈ, ਸਰਕਾਰਾਂ ਨੇ SDM ਦੀ ਲਿਖਤੀ ਬਿਆਨ ਨੂੰ ਨਹੀਂ ਮੰਨਣਾ, ਇਹਨਾਂ ਨੇ ਆਪਣੀ ਸਿਆਸਤ ਕਰਨੀ ਹੈ। ਸੋ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਅਸੀਂ ਫੇਰ ਸਪਸ਼ਟ ਤੌਰ ਤੇ ਕਹਿੰਦੇ ਹਾਂ ਕਿ ਅਗਰ ਉਹ SIT ਦਾ ਸੰਮਨ ਹੈ, ਅੱਜ ਉਹ ਜ਼ੀਰਾ ਕੋਰਟ ਦੇ ਵਿੱਚ ਸੀ, ਸਾਨੂੰ ਅਗਲੀ ਤਰੀਕ ਦੇ ਦਿਓ, ਜਿਹੜੀ ਮਰਜ਼ੀ ਦੇ ਦਿਓ। 14 ਸਤੰਬਰ ਦਿੱਤੀ ਹੈ ਜੀ ਉਹਨਾਂ ਨੇ, 14 ਸਤੰਬਰ। ਇਹ ਸਾਡੇ ਕੋਲ ਤੇ ਜਾਣਕਾਰੀ ਆ ਗਈ ਹੈ ਕਿ 14 ਸਤੰਬਰ ਅਗਲੀ ਹੈ, ਕਿਉਂਕਿ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਫਿਰ ਭੇਜ ਦਿੱਤਾ ਹੈ। ਸੋ ਤੁਹਾਡੇ ਤੱਕ ਆਬਵੀਅਸਲੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਫਿਰ ਦੁਬਾਰਾ ਉਡੀਕ ਕਰੋਗੇ ਵੀ ਤੁਹਾਡੇ ਕੋਲੇ ਆਉਣਗੇ ਲੈ ਕੇ। ਜੀ तो मेरी फिर बेनती रहूगी कि ये ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਹਾਈ ਕੋਰਟ ਦਾ ਪਿਛਲਾ ਆਰਡਰ ਵੀ ਇਹ ਚੀਜ਼ਾਂ ਨੂੰ ਡੈਪਰੀਕੇਟ ਕਰਦਾ ਸੀਗਾ ਕਿ ਮੀਡੀਆ ਟ੍ਰਾਇਲ ਨਾ ਕਰੋ, ਮੀਡੀਆ ਇਨਵੈਸਟੀਗੇਸ਼ਨ ਨਾ ਕਰੋ। ਵੀ ਉਸੇ ਚੀਜ਼ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਕੰਗ ਸਾਹਿਬ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਹੈ। ਤਾਂ ਮੇਰਾ ਫਿਰ ਉਹੀ ਸਵਾਲ ਹੈ ਕਿ ਇਹ ਚੀਜ਼ਾਂ ਨੇ ਬੜੇ ਸੈਂਸਿਟਿਵ ਇਸ਼ੂ ਨੇ, ਇਹਨਾਂ ਦਾ ਰਾਜਨੀਤਿਕ ਫਾਇਦਾ ਚੱਕਣ ਦੀ ਬਜਾਏ ਅਗਰ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ
ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜ਼ਾਤੀ ਤੌਰ ਤੇ ਸੰਮਨ ਸਰਵ ਕਰਾਓ। ਜਿਹੜਾ ਮੀਡੀਆ ਟ੍ਰਾਇਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਵੱਲੋਂ, ਜਿਹੜਾ ਮੀਡੀਆ ਦੇ ਵਿੱਚ ਕਿਉਂਕਿ ਆਪਣਾ ਐਕਸਾਈਜ਼ ਸਕੈਮ ਹੁਣ ਸਾਰਾ ਲੋਕਾਂ ਦੇ ਸਾਹਮਣੇ ਜਗਦਾ ਆ ਰਿਹਾ, ਉਹਨੂੰ ਛੁਪਾਉਣਾ ਚਾਹੁੰਦੇ ਨੇ, ਤਾਂ ਉਸ ਦੀਆਂ ਜਿਹੜੀਆਂ ਚਾਲਾਂ ਨੇ ਉਹ ਸਰਕਾਰ ਦੀਆਂ ਕਾਮਯਾਬ ਨਹੀਂ ਹੋਣੀਆਂ। ਅਗਰ 14 ਸਤੰਬਰ ਜਿੱਦਾਂ ਤੁਸੀਂ ਡੇਟ ਕਹਿ ਰਹੇ ਹੋ, ਸਾਨੂੰ ਕੋਈ 14 ਸਤੰਬਰ ਦਾ ਸੰਮਨ ਆਊਗਾ ਤਾਂ ਇਹਦੇ 'ਚ ਕੋਈ ਦੋ ਰਾਏ ਹੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਉੱਥੇ ਜਾਏ। ਧੰਨਵਾਦ ਕਲੇਰ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਲਈ। ਤਾਂ 14 ਸਤੰਬਰ ਅਗਲੀ ਤਰੀਕ ਦਿੱਤੀ ਗਈ ਹੈ SIT ਵੱਲੋਂ ਔਰ ਸੁਖਬੀਰ ਬਾਦਲ ਨੂੰ ਸੰਮਨ ਭੇਜ ਦਿੱਤਾ ਗਿਆ, ਉਹ ਰਿਸੀਵ ਕਰਨਗੇ, ਮਿਲੂਗਾ। ਤਾਂ ਅਰਸ਼ਦੀਪ ਕਲੇਰ ਕਹਿ ਰਹੇ ਨੇ ਕਿ ਜ਼ਰੂਰ ਸੁਖਬੀਰ ਬਾਦਲ ਪੇਸ਼ ਹੋਣਗੇ, ਇਹ ਵਾਲਾ ਸੰਮਨ ਸਾਨੂੰ ਨਹੀਂ ਮਿਲਿਆ, ਇਹ ਗੱਲ ਅਕਾਲੀ ਦਲ ਕਹਿ ਰਿਹਾ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਣੇ ਹੈ।